हाँ जी लवली जी। ਸਤਿ ਸ਼੍ਰੀ ਅਕਾਲ ਵੀਰ ਜੀ, ਸਾਰੀ ਸੋਲ ਸਤਿ ਫੈਮਿਲੀ ਨੂੰ ਮੇਰਾ ਪਿਆਰ ਸਤਿ ਭਰਾ ਸ਼੍ਰੀ ਸਤਿ ਸ਼੍ਰੀ ਅਕਾਲ। ਅਕਾਲ। ਸਤਿ ਸ਼੍ਰੀ ਅਕਾਲ। ਜੱਸੀ ਮੈਮ ਨੂੰ ਬਹੁਤ ਬਹੁਤ ਵੱਡਾ ਵਾਲਾ ਸਤਿ ਸ਼੍ਰੀ ਅਕਾਲ ਔਰ ਥੈਂਕ ਯੂ। ਔਰ ਕੱਲ ਅਸੀਂ ਪੀਰਾਗੜੀ ਫੰਕਸ਼ਨ ਪ੍ਰੋਗਰਾਮ ਤੇ ਗਏ ਸੀਗੇ, ਵਰਕਸ਼ਾਪ ਸੀਗੀ ਤੇ ਬਹੁਤ 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 ਜ਼ਿਆਦਾ ਇੰਜੋਏ ਕੀਤਾ, ਮਜ਼ਾ ਆਇਆ ਔਰ ਐਕਸਪੀਰੀਅੰਸ ਵੀ ਸ਼ੇਅਰ ਕੀਤਾ। ਤੇ ਜੱਸੀ ਮੈਮ ਦਾ ਬਹੁਤ ਥੈਂਕ ਯੂ ਜਿਨ੍ਹਾਂ ਨੇ ਸਾਨੂੰ ਇੰਸਪਾਇਰ ਕੀਤਾ ਅੱਗੇ ਵਧਣ ਲਈ। ਥੈਂਕ ਬਸ ਯੂ ਮੈਨੇ ਲਵਲੀ ਜੀ। ਥੈਂਕ ਯੂ ਮੈਮ, ਥੈਂਕ ਯੂ ਸੋ ਮਚ, ਲਵ ਯੂ। ਪਹਿਲੇ ਤੇ ਸਾਰਿਆਂ ਨੂੰ ਬਹੁਤ ਬਹੁਤ ਵਧਾਈ। ਅੱਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਤਾਂ ਗੱਦੀ ਤੇ ਵਿਰਾਜਮਾਨ ਹੋਣ ਦਾ ਪ੍ਰਕਾਸ਼ ਉਤਸਵ ਹੈ। ਸਾਰਿਆਂ ਨੂੰ ਉਹਦੀ ਬਹੁਤ ਬਹੁਤ ਵਧਾਈ। ਤੇ ਤੁਸੀਂ ਥੋੜਾ ਇਤਿਹਾਸ ਤਾਂ ਸਾਰਿਆਂ ਨੇ ਸੁਣਿਆ ਹੀ ਹੋਇਆ ਹੈ, ਸਾਰੇ ਗੁਰਦੁਆਰੇ ਜਾਂਦੇ ਹਾਂ, ਸੁਣਦੇ ਹਾਂ ਜਾ ਕੇ ਉੱਥੇ। ਸ੍ਰੀ ਗੁਰੂ ਰਾਮਦਾਸ ਜੀ ਦੇ ਛੋਟੇ ਸਪੁੱਤਰ ਸਾਹਿਬਜ਼ਾਦੇ ਸ੍ਰੀ ਗੁਰੂ ਅਰਜਨ ਦੇਵ ਜੀ, ਜਿਨ੍ਹਾਂ ਨੂੰ ਗੁਰਤਾ ਗੱਦੀ ਮਿਲੀ, ਔਰ ਫਿਰ ਉਹਨਾਂ ਨੇ ਕੱਲ ਅਸੀਂ ਜਾਣਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ ਔਰ ਇੱਕ ਬਾਣੀ ਦਾ ਜਹਾਜ਼ ਦਿੱਤਾ ਸੰਸਾਰ ਨੂੰ ਸਾਗਰ ਪਾਰ ਕਰਨ ਲਈ, ਭਵ ਸਾਗਰ ਪਾਰ ਕਰਨ ਲਈ। ਸੋ ਅੱਜ ਅਸੀਂ ਧਿਆਨ ਕਰ ਰਹੇ ਹਾਂ ਤੇ ਸਾਨੂੰ ਗੁਰੂਆਂ ਦੀ ਦੱਸੀ ਹੋਈ ਬਾਣੀ, ਉਪਦੇਸ਼, ਜੀਵਨ ਜੀਣ ਦਾ ਤਰੀਕਾ ਸਮਝ ਆ ਰਿਹਾ ਤੇ ਸਾਨੂੰ ਬਾਰ-ਬਾਰ ਇਹਨਾਂ ਚੀਜ਼ਾਂ ਨੂੰ ਯਾਦ ਕਰਨਾ ਪੈਂਦਾ ਹੈ। ਐਸਾ ਨਹੀਂ ਹੈ ਕਿ ਮੈਂ ਅੱਜ ਵਰਕਸ਼ਾਪ 3 ਦਿਨ ਦੀ ਵਰਕਸ਼ਾਪ ਤੁਹਾਨੂੰ ਬਹੁਤ ਨਵੀਆਂ ਗੱਲਾਂ ਦੱਸਾਂਗੀ ਜਾਂ ਨਵਾਂ ਕੁਝ ਲੈ ਕੇ ਆਵਾਂਗੀ। ਗੱਲਾਂ ਉਹੀ ਨੇ, ਘੁਮਾ ਫਿਰਾ ਕੇ ਬਾਰ-ਬਾਰ ਸਾਨੂੰ ਯਾਦ ਕਰਨਾ ਪੈਂਦਾ ਕਿਉਂਕਿ ਸਾਡੀ ਆਦਤ ਹੈ। ਅਸੀਂ ਇੱਕ ਦਿਨ ਯਾਦ ਰੱਖਨੇ ਆ, ਫਿਰ ਉਹਨੂੰ ਪ੍ਰੈਕਟਿਸ ਕਰਨੇ ਆ 1-2 ਦਿਨ, ਫਿਰ ਬਸ ਫਿਰ ਵਾਪਸ ਆਪਣੇ ਪੁਰਾਣੇ ਰੂਟੀਨ ਤੇ ਆ ਜਾਂਦੇ ਆ। ਇਸ ਲਈ ਬਾਰ-ਬਾਰ ਉਹਨਾਂ ਗੱਲਾਂ ਨੂੰ ਯਾਦ ਕਰਨਾ ਬਹੁਤ ਜ਼ਰੂਰੀ ਹੈ ਤਾਂ ਕਿ ਅਸੀਂ ਉਹ, ਕਿਉਂਕਿ ਜਨਮਾਂ ਤੋਂ ਸਾਡੇ ਉਹ ਸੰਸਕਾਰ ਪੱਕੇ ਹੋ ਗਏ ਨੇ, ਸਾਡੀਆਂ ਆਦਤਾਂ ਪੱਕੀਆਂ ਹੋ ਗਈਆਂ, ਸਾਨੂੰ ਉਹ ਬਦਲਣ ਲਈ ਸਾਨੂੰ ਬਹੁਤ ਹੀ ਅਵੇਅਰਨੈਸ ਦੀ ਲੋੜ ਹੈ। ਔਰ ਉਹ ਅਵੇਅਰਨੈਸ ਜੋ ਅਸੀਂ ਧਿਆਨ ਕਰਨੇ ਆ ਸਾਡੀ ਵੱਧਦੀ ਹੈ, ਜੋ ਅਸੀਂ ਆਪਣੇ ਜਿਹੜੇ ਪੈਟਰਨ ਨੇ ਉਹਨਾਂ ਤੇ ਕੰਮ ਕਰਨੇ ਆ ਤਾਂ ਸਾਡੀ ਅਵੇਅਰਨੈਸ ਵਧਦੀ ਹੈ। ਅਗਰ ਤੁਸੀਂ ਅੱਜ ਦੀ ਤਰੀਕ ਵਿੱਚ ਆਪਣੇ ਆਪ ਨੂੰ ਦੇਖੋ ਔਰ ਅੱਜ ਤੋਂ ਥੋੜੇ ਦਿਨ ਪਹਿਲੇ ਧਿਆਨ ਚ ਜਦੋਂ ਤੁਸੀਂ ਨਹੀਂ ਸੀ ਆਏ ਤੇ ਤੁਹਾਨੂੰ ਆਪਣੇ ਆਪ ਨੂੰ ਹੀ ਲੱਗੇਗਾ ਕਿ ਮੇਰੇ ਜੀਵਨ 'ਚ ਬਹੁਤ ਬਦਲਾਅ ਆਇਆ। ਹਰ ਇੱਕ ਦਾ ਹੀ ਅਨੁਭਵ ਹੁੰਦਾ ਹੈ। ਔਰ ਲੇਕਿਨ ਉਹ ਬਦਲਾਅ ਆਉਂਦਾ ਕਿਸ ਤਰ੍ਹਾਂ ਹੈ? ਕਿਉਂਕਿ ਅਸੀਂ ਕਿਤਾਬਾਂ ਪੜ੍ਹਨੇ ਆ, ਦੂਸਰਿਆਂ ਨੂੰ ਸੁਣਨੇ ਆ, ਧਿਆਨ ਕਰਨੇ ਆ, ਸਾਡੀ એનર્ਜੀ ਚੇਂਜ ਹੁੰਦੀ ਹੈ, ਸਾਡਾ ਚੀਜ਼ਾਂ ਨੂੰ ਦੇਖਣ ਦਾ ਨਜ਼ਰੀਆ ਬਦਲਦਾ ਤੇ ਹੌਲੀ ਹੌਲੀ ਸਾਡੇ ਅੰਦਰ ਬਦਲਾਅ ਆਉਂਦਾ। ਅਸੀਂ ਪੁਰਾਣੀਆਂ ਆਦਤਾਂ ਛੱਡ ਕੇ ਨਵੇਂ ਤਰੀਕੇ ਨਾਲ ਜ਼ਿੰਦਗੀ ਜੀਣਾ ਸ਼ੁਰੂ ਕਰਨੇ ਆ, ਕਿਉਂਕਿ ਐਸਾ ਹੋ ਨਹੀਂ ਸਕਦਾ ਕਿ ਅਸੀਂ ਆਦਤਾਂ ਤੇ ਪੁਰਾਣੀਆਂ ਹੀ ਰੱਖੀਏ, ਸੋਚ ਵੀ ਪੁਰਾਣੀ ਰੱਖੀਏ ਔਰ ਅਸੀਂ ਕਹੀਏ ਜੀਵਨ ਨਵਾਂ ਹੋ ਜਾਏ। ਉਹ ਹੋ ਨਹੀਂ ਸਕਦਾ ਕਿ ਸਾਨੂੰ ਸ਼ੁਰੂਆਤ ਤੇ ਕਰਨੀ ਪਏਗੀ। ਇਹ ਦੋ ਅਲੱਗ-ਅਲੱਗ ਰਸਤੇ ਨੇ, ਜਾਂ ਤੁਸੀਂ ਸੱਜੇ ਜਾਓ ਜਾਂ ਖੱਬੇ ਜਾਓ। ਹੁਣ ਤੁਸੀਂ ਕਹੋ ਕਿ ਜਾਣਾ ਤੇ ਮੈਂ ਸੱਜੇ ਵੇ, ਲੇਕਿਨ ਜਿਹੜੀ ਮੇਰੀ ਸੋਚ ਹੈ ਉਹ ਖੱਬੇ ਦੀ, ਸਾਰੇ ਸੋਚ ਵਿਚਾਰ ਬੋਲ ਚਾਲ व्यवहार सब खब्बे पासे जाने वाला है, मतलब नेगेटिव पासे जाने वाला है। और मैं चाहना मेरी जिंदगी मिरेकलस हो जाए, पॉजिटिव हो जाए, हो नहीं सकता क्योंकि तुसी जिस पास से जाना है ਤੁਹਾਨੂੰ ਸੋਚ ਉਹੀ ਰੱਖਣੀ ਪਏਗੀ। ਅਗਰ ਇਹਨੂੰ ਮੈਂ ਸਿੱਧੀ ਐਗਜ਼ਾਮਪਲ ਨਾਲ ਦੱਸਾਂ, ਮੰਨ ਲਓ ਕਿਸੇ ਨੇ ਡਾਕਟਰ ਬਣਨਾ, ਉਹ ਡਾਕਟਰੀ ਦੀਆਂ ਕਿਤਾਬਾਂ ਪੜ੍ਹੇਗਾ, ਉਹ ਇੰਜੀਨੀਅਰਿੰਗ ਦੀਆਂ ਕਿਤਾਬਾਂ ਨਹੀਂ ਪੜ੍ਹੇਗਾ। ਦੋ ਚੀਜ਼ਾਂ ਇਕੱਠੀਆਂ ਨਹੀਂ ਕਰ ਸਕਦਾ ਉਹ। ਉਹਨੂੰ ਉਸੇ ਫੀਲਡ ਵਿੱਚ ਤਰੱਕੀ ਕਰਨੀ ਪਏਗੀ। ਹੁਣ ਜਿਸ ਤਰ੍ਹਾਂ ਅਗਰ ਡਾਕਟਰੀ ਦੀ ਐਗਜ਼ਾਮਪਲ ਲਈਏ, ਕਿਸੇ ਨੇ ਹਾਰਟ ਸਪੈਸ਼ਲਿਸਟ ਬਣਨਾ ਨਾ, ਉਹਨੂੰ ਨੌਲੇਜ ਤੇ ਬਾਕੀ ਸਾਰੀ ਹੋਏਗੀ, ਲੇਕਿਨ ਉਹਦੀ ਜਿਹੜੀ ਸਟੱਡੀ ਔਰ ਉਹਦਾ ਜਿਹੜਾ ਫੀਲਡ ਹੋਏਗਾ ਨਾ, ਉਹ ਹਾਰਟ ਦਾ ਹੀ ਹੋਏਗਾ ਜ਼ਿਆਦਾ। ਉਹਨੂੰ ਬਰੀਕੀਆਂ ਨਾਲ ਉਹ ਸਮਝੇਗਾ ਤੇ ਉਹ ਇੱਕ ਬਹੁਤ ਹੀ ਸਕਸੈਸਫੁਲ ਸਰਜਨ ਬਣ ਜਾਏਗਾ। ਤੇ ਕਿਉਂਕਿ ਉਹਨੇ ਉਹ ਜਿਸ ਤਰ੍ਹਾਂ ਕਹਿੰਦੇ ਨਾ ਕਿ ਇੱਕ ਫੋਕਸਡ ਵਿਊ ਕਿ ਮੈਂ ਜ਼ਿੰਦਗੀ 'ਚ ਇਹ ਪਾਣਾ ਹੀ ਪਾਣਾ। ਤੇ ਜੋ ਜ਼ਿੰਦਗੀ 'ਚ ਅਸੀਂ ਆਪਣਾ ਗੋਲ ਬਣਾਉਂਦੇ ਆ, ਟੀਚਾ ਬਣਾਉਂਦੇ ਆ ਔਰ ਪੂਰੀ એનર્ਜੀ ਜਿਸ ਟਾਈਮ ਉਹਦੇ ਤੇ ਲਗਾ ਦਿੰਦੇ ਆ ਨਾ, ਤੇ ਫਿਰ ਸਾਡੇ ਜੀਵਨ ਜਿਹੜਾ ਹੈ ਉਹਦੇ ਤੇ ਉਹਦਾ ਪ੍ਰਭਾਵ ਦਿਸਦਾ ਹੈ। ਔਰ ਅਗਰ ਜ਼ਿੰਦਗੀ ਵਿੱਚ ਕਿਸੇ ਨੇ ਆਤਮ ਗਿਆਨੀ ਬਣਨ ਦਾ ਆਪਣਾ ਗੋਲ ਰੱਖਿਆ ਕਿ ਮੈਂ ਇਸ ਜ਼ਿੰਦਗੀ ਨੂੰ ਸਫਲ ਕਰਨਾ ਹੈ, ਮੈਂ ਆਤਮ ਗਿਆਨੀ ਬਣਨਾ ਹੈ, ਤੇ ਫਿਰ ਉਹਨੂੰ ਆਪਣੇ ਤਰੀਕੇ ਬਦਲਨੇ ਪੈਣਗੇ, ਤੌਰ ਤਰੀਕੇ ਬਦਲਨੇ ਪੈਣਗੇ। ਕਿਸ ਤਰ੍ਹਾਂ ਉਹ ਸੋਚਦਾ ਹੈ, ਕਿਸ ਤਰ੍ਹਾਂ ਉਹ ਬੋਲਦਾ ਹੈ, ਕੀ ਉਹ ਕਰਦਾ ਹੈ, ਉਹਦਾ ਵਿਵਹਾਰ ਕਿਸ ਤਰ੍ਹਾਂ ਦਾ, ਉਹਨੂੰ ਬਦਲਣਾ ਪਏਗਾ। ਹੁਣ ਉਹ ਕਹੇ ਕਿ ਮੈਂ ਬਦਲਣਾ ਤੇ ਕੁਝ ਵੀ ਨਹੀਂ, ਲੇਕਿਨ ਆਤਮ ਗਿਆਨੀ ਬਣਨਾ, ਮੈਨੂੰ ਕੋਈ ਆ ਕੇ ਗਿਆਨ ਦੇ ਦੇ, ਤੇ ਕੋਈ ਐਸਾ ਤਰੀਕਾ ਹੀ ਨਹੀਂ ਹੈ ਕਿ ਕੋਈ ਗਿਆਨ ਦੇ ਦੇਗਾ। ਤੁਹਾਨੂੰ ਆਪ ਹੀ ਆਪਣੇ ਆਪ ਨੂੰ ਬਦਲਣਾ ਪਏਗਾ, ਸਮਝਣਾ ਪਏਗਾ ਔਰ ਆਪਣੇ ਹਰ ਇੱਕ ਜਿਹੜਾ ਤੁਹਾਡੀ ਚੀਜ਼ ਹੈ
ਉਹਦੇ ਤੇ ਤੁਹਾਨੂੰ ਧਿਆਨ ਦੇਣਾ ਪਏਗਾ ਕਿ ਮੇਰੀ ਸੋਚ ਕਿਸ ਤਰ੍ਹਾਂ ਦੀ ਹੈ, ਮੈਂ ਬੋਲ ਕੀ ਰਿਹਾ, ਮੈਂ ਕਰ ਕੀ ਰਿਹਾ, ਔਰ ਮੇਰਾ ਵਿਵਹਾਰ ਕਿਸ ਤਰ੍ਹਾਂ ਦਾ ਦੂਸਰਿਆਂ ਨਾਲ। ਹੁਣ ਸਾਡੇ ਚੋਂ ਕੋਈ ਬੰਦਾ ਐਸਾ ਨਹੀਂ, ਕਿਸੇ ਬੱਚੇ ਨੂੰ ਵੀ ਪੁੱਛਣਾ ਤੇ ਉਹ ਕਹੇਗਾ ਕਿ ਝੂਠ ਨਹੀਂ ਬੋਲਣਾ ਚਾਹੀਦਾ। ਕਿ ਅਸੀਂ ਵਿਵਹਾਰ ਵਿੱਚ ਉਹ ਚੀਜ਼ ਲਿਆਨੇ ਆ, ਉਸ ਵੇਲੇ ਅਸੀਂ ਆਪਣੇ ਆਪ ਨੂੰ ਜਸਟੀਫਾਈ ਕਰਨੇ ਆ ਕਿ ਨਹੀਂ ਸੰਸਾਰ ਕਿਸ ਤਰ੍ਹਾਂ ਚੱਲੇਗਾ ਝੂਠ ਨਹੀਂ ਬੋਲਾਂਗੇ ਤੇ। ਥੋੜਾ ਬਹੁਤ ਤੇ ਚੱਲਦਾ ਹੀ ਹੈ, ਥੋੜਾ ਬਹੁਤ ਤੇ ਬੋਲਣਾ ਹੀ ਪੈਂਦਾ। ਔਰ ਜਿਨ੍ਹਾਂ ਨਾਲ ਅਸੀਂ ਗੱਲਬਾਤ ਕਰਨੇ ਆ ਉਹ ਵੀ ਸਾਨੂੰ ਆਹੀ ਸੁਜੈਸ਼ਨ ਦੇਣਗੇ, ਹਾਂ ਹਾਂ ਥੋੜਾ ਤਾਂ ਬੋਲਣਾ ਹੀ ਪੈਂਦਾ, ਕਿਸ ਤਰ੍ਹਾਂ ਚੱਲੇਗਾ ਸੰਸਾਰ। ਤੇ ਅਸੀਂ ਜਾਣਦੇ ਹੋਏ ਵੀ ਨਹੀਂ ਕਰਦੇ। ਸਾਨੂੰ ਪਤਾ ਹੈ ਕਿ ਕਿਸੇ ਦੇ ਨਾਲ ਧੋਖਾ ਨਹੀਂ ਕਰਨਾ, ਫਿਰ ਵੀ ਅਸੀਂ ਕਰਨੇ ਆ। ਸਾਨੂੰ ਪਤਾ ਹੈ ਕਿਸੇ ਦਾ ਦਿਲ ਨਹੀਂ ਦੁਖਾਣਾ, ਫਿਰ ਵੀ ਅਸੀਂ ਦੁਖਾਉਂਦੇ ਆ। ਕਿਉਂ ਸਾਡੇ ਵਿਵਹਾਰ ਵਿੱਚ ਉਹ ਚੀਜ਼ਾਂ ਨਹੀਂ ਆਉਂਦੀਆਂ ਜਿਹੜੀਆਂ ਅਸੀਂ ਪਤਾ ਹੈ ਸਾਨੂੰ ਕਿ ਸਾਨੂੰ ਕਰਨੀਆਂ ਚਾਹੀਦੀਆਂ ਨੇ? ਕਿਉਂਕਿ ਸਾਡੇ ਅੰਦਰ ਉਹਨਾਂ ਚੀਜ਼ਾਂ ਨੂੰ ਕਰਨ ਦੀ એનર્ਜੀ ਨਹੀਂ ਹੈ, ਅਵੇਅਰਨੈਸ ਨਹੀਂ ਹੈ। ਅਸੀਂ ਆਪਣੇ ਆਪ ਨੂੰ ਬਦਲਣਾ ਨਹੀਂ ਚਾਹੁੰਦੇ, ਅਸੀਂ ਦੁਨੀਆ ਨੂੰ ਉਪਦੇਸ਼ ਦੇਣਾ ਚਾਹੁੰਦੇ ਹਾਂ। ਕਹਿੰਦਾ ਹੈ ਜਿਸ ਤਰ੍ਹਾਂ ਮੰਨ ਲਓ ਅੱਜ ਕੱਲ ਤੇ ਬਹੁਤ ਹੀ ਰਿਵਾਜ ਹੈ ਕਿ ਤੁਸੀਂ ਜਾ ਰਹੇ ਹੋ, ਤੁਹਾਡਾ ਗਲਾ ਖਰਾਬ ਹੈ, ਤੁਹਾਨੂੰ ਜਿਹੜੇ ਵੀ ਰਿਸ਼ਤੇਦਾਰ ਮਿਲਣਗੇ, ਫਰੈਂਡ ਮਿਲਣਗੇ ਨਾ, ਤੇ ਉਹ ਤੁਹਾਨੂੰ ਕਹਿਣਗੇ ਇਹ ਵਾਲੀ ਕਾੜਾ ਬਣਾ ਕੇ ਪੀ ਲਓ, ਇਹ ਕਰ ਲਓ, ਇਹ ਕਰ ਲਓ। ਚਾਹੇ ਉਹਦੇ ਨਾਲ ਉਹਨਾਂ ਨੂੰ ਆਰਾਮ ਨਾ ਆਇਆ ਹੋਵੇ, ਲੇਕਿਨ ਤੁਹਾਨੂੰ ਉਹ 10 ਸਲਾਹਾਂ ਜ਼ਰੂਰ ਦੇ ਕੇ ਜਾਣਗੇ। ਤੁਹਾਡੀ ਜ਼ਿੰਦਗੀ 'ਚ ਕੋਈ ਪਰੇਸ਼ਾਨੀ ਹੈ, ਉਹ ਆਪਣੀਆਂ ਪਰੇਸ਼ਾਨੀਆਂ ਨਾਲ ਜੂਝ ਰਹੇ ਨੇ, ਪਰ ਤੁਹਾਨੂੰ ਸਲਾਹ ਜ਼ਰੂਰ ਦੇ ਜਾਣਗੇ ਕਿ ਤੁਸੀਂ ਇੰਜ ਕਰ ਲਓ, ਇੰਜ ਕਰ ਲਓ, ਪਾਠ ਕਰ ਲਓ, ਉਸ ਗੁਰਦੁਆਰੇ ਚਲੇ ਜਾਓ, ਚਲੀਏ ਸੁੱਖ ਲਓ, ਇਹ ਕਰ ਲਓ। ਤੇ ਅਸੀਂ ਕਿਉਂਕਿ ਉਸ ਵੇਲੇ ਮਿਹਨਤ ਅਸੀਂ ਚਾਹੁੰਦੇ ਹਾਂ ਸ਼ਾਰਟਕਟ, ਤੇ ਅਸੀਂ ਆਸ-ਪਾਸ ਦੇ ਲੋਕਾਂ ਦੀ ਗੱਲਾਂ ਮੰਨ ਲੈਂਦੇ ਆ, ਔਰ ਅਸੀਂ ਇਹ ਭੁੱਲ ਹੀ ਜਾਂਦੇ ਆ ਕਿ ਸਾਡੀ ਆਤਮਾ ਇੱਕ ਯਾਤਰਾ ਤੇ ਆਈ ਹੈ, ਔਰ ਮੇਰੀ ਆਤਮਾ ਤੋਂ ਬਿਹਤਰ ਕੋਈ ਨਹੀਂ ਜਾਣਦਾ ਕਿ ਮੇਰੇ ਵਾਸਤੇ ਕੀ ਠੀਕ ਹੈ, ਤੇ ਮੈਂ ਉਹਦੇ ਕੋਲੋਂ ਪੁੱਛਾਂ। ਤੇ ਅਸੀਂ ਹਮੇਸ਼ਾ ਆਡੀਅנס ਪੋਲ ਨਾਲ ਚੱਲਨੇ ਆ। ਤੁਸੀਂ ਦੇਖਦੇ ਨਾ ਕੌਣ ਬਣੇਗਾ ਕਰੋੜਪਤੀ, ਉਹਦੇ 4 ਆਪਸ਼ਨ ਹੁੰਦੇ ਨੇ। ਆਡੀਅנס ਪੋਲ ਸਭ ਤੋਂ ਪਹਿਲੇ ਸਾਰੇ ਆਡੀਅנס ਪੋਲ ਹੀ ਲੈਂਦੇ ਨੇ, ਤੇ ਅਸੀਂ ਜ਼ਿੰਦਗੀ ਵਿੱਚ ਵੀ ਆਡੀਅנס ਪੋਲ ਨਾਲ ਹੀ ਜੀ ਕੇ ਚਲੇ ਜਾਂਦੇ। ਲੇਕਿਨ ਸਾਨੂੰ ਜੀਣਾ ਕਿਸ ਤਰ੍ਹਾਂ ਹੈ? ਐਕਸਪਰਟ ਐਡਵਾਈਸ ਨਾਲ, ਔਰ ਐਕਸਪਰਟ ਸਾਡੀ ਆਤਮਾ ਹੈ, ਸਾਨੂੰ ਉਹਦੇ ਕੋਲੋਂ ਐਡਵਾਈਸ ਲੈਣਾ ਤੇ ਫਿਰ ਸਾਡਾ ਜ਼ਿੰਦਗੀ ਬਦਲੇਗੀ। ਬਾਹਰਲੇ ਬੰਦਿਆਂ ਕੋਲੋਂ ਅਗਰ ਅਸੀਂ ਐਡਵਾਈਸ ਲਾਂਗੇ ਕਿਧਰੇ ਵੀ ਨਹੀਂ ਪਹੁੰਚਾਂਗੇ। ਹੁਣ ਅਸੀਂ ਆਪਣੇ ਆਪ ਨੂੰ ਬਦਲਣਾ ਕਿਸ ਤਰ੍ਹਾਂ ਹੈ? ਸਾਨੂੰ ਇਹ ਤੇ ਸਮਝ ਆ ਗਈ ਕਿ ਬਦਲਣਾ ਹੈ, ਆਪਣੇ ਆਪ ਤੇ ਕੰਮ ਕਰਨਾ ਹੈ, ਲੇਕਿਨ ਕਰਨਾ ਕਿਸ ਤਰ੍ਹਾਂ ਹੈ? ਜਿਸ ਵੇਲੇ ਅਸੀਂ ਆਪਣੇ ਗਿਆਨ ਨੂੰ ਵਧਾਵਾਂਗੇ, ਕਿਉਂਕਿ ਨੌਲੇਜ ਇਜ਼ ਪਾਵਰ। ਜਿਸ ਵੇਲੇ ਸਾਨੂੰ ਨੌਲੇਜ ਮਿਲ ਜਾਂਦਾ ਨਾ, ਤੇ ਫਿਰ ਅਸੀਂ ਉਹ ਸਮਝ ਕੇ ਉਹਨਾਂ ਚੀਜ਼ਾਂ ਨੂੰ, ਉਹਨਾਂ ਨੂੰ ਜੀਵਨ 'ਚ ਉਤਾਰਨ ਲੱਗ ਜਾਂਦੇ ਆ। ਜਦ ਤੱਕ ਸਾਨੂੰ ਪਤਾ ਨਹੀਂ ਚੱਲਦਾ ਕਿ ਇਹ ਠੀਕ ਹੈ ਕੀ ਗਲਤ ਹੈ, ਅਸੀਂ ਉਹਨੂੰ ਅਪਣਾਉਂਦੇ ਰਹਿੰਦੇ ਹਾਂ। ਜਿਸ ਤਰ੍ਹਾਂ ਤੁਸੀਂ ਦੇਖੋ ਕਿ ਬਹੁਤ ਪ੍ਰਚਾਰ ਕਰ ਕਰਕੇ ਸਾਨੂੰ ਸਿਖਾ ਦਿੱਤਾ, ਜੰਕ ਫੂਡ ਖਾਣਾ ਸਿਖਾ ਦਿੱਤਾ, ਬੱਚਿਆਂ ਨੂੰ ਜੰਕ ਫੂਡ ਖਾਣਾ ਸਿਖਾ ਦਿੱਤਾ, ਔਰ ਅਸੀਂ ਬਹੁਤ ਸਾਰੀਆਂ ਚੀਜ਼ਾਂ ਅਸੀਂ ਆਪਣੇ ਜਿਹੜੇ ਸਾਡੇ ਪੁਰਾਣਾ ਸਿਸਟਮ ਚੱਲ ਰਿਹਾ ਸੀ ਇੰਡੀਆ ਦਾ, ਅਸੀਂ ਕਹਤਾ ਹੈ ਤੇ ਸਿਸਟਮ ਬਹੁਤ ਆਊਟਡੇਟਿਡ ਹੈ, ਅਸੀਂ ਤਾਂ ਮਾਡਰਨ ਬਣਨਾ ਹੈ, ਗੁਰੂਕੁਲ ਸਿਸਟਮ ਖਤਮ ਕਰ ਦਿੱਤਾ, ਔਰ ਖਾਣ ਪੀਣ ਵਿੱਚ ਅਸੀਂ ਬਦਲਾਵ ਕਰ ਰਿਹਾ। ਲੇਕਿਨ ਅੱਜ ਸਮੇਂ ਆ ਗਿਆ ਕਿ ਅੱਜ ਆਯੁਰਵੇਦ, ਨੈਚੁਰੋਪੈਥੀ, ਇਹ ਸਾਰੀਆਂ ਚੀਜ਼ਾਂ ਸਾਨੂੰ ਫੇਰ ਵਾਪਸ ਕਹਿ ਰਹੀਆਂ ਕਿ ਤੁਸੀਂ ਪ੍ਰਕਿਰਤੀ ਨਾਲ ਜੁੜੋ। ਜਿਤਨਾ ਆਪਣੀ ਜ਼ਿੰਦਗੀ ਨੂੰ ਸਿੰਪਲ ਰੱਖੋਗੇ, ਉਹਨਾਂ ਮੁਸੀਬਤਾਂ ਤੋਂ, ਦੁੱਖਾਂ ਤੋਂ ਦੂਰ ਰਹੋਗੇ, ਕਿਉਂਕਿ ਤੁਸੀਂ ਨੇਚਰ ਤੋਂ ਬਹੁਤ ਦੂਰ ਜਾ ਚੁੱਕੇ ਹੋ। ਹੁਣ ਸਾਨੂੰ ਇਨਫੋਰਮੇਸ਼ਨ ਮਿਲ ਗਈ, ਨੌਲੇਜ ਮਿਲ ਗਈ, ਤੇ ਅੱਜ ਲੋਕੀ ਇਸ ਚੀਜ਼ ਨੂੰ ਸਮਝ ਕੇ ਮਾਰਨਿੰਗ ਵਾਕ ਕਰਨ ਜਾਂਦੇ ਨੇ, ਜਲਦੀ ਕਿਤੇ ਡਾਕਟਰਾਂ ਕੋਲ ਦੌੜਦੇ ਨਹੀਂ ਕਿ ਘਰ ਹੀ ਕੁਝ ਸਾਨੂੰ ਜਿਹੜੇ ਸਾਡੇ ਦਾਦੀ ਨਾਨੀ ਦੇ ਨੁਸਖੇ ਨੇ ਉਹਦੇ ਨਾਲ ਹੀ ਸਾਨੂੰ ਆਰਾਮ ਆ ਜਾਏ ਤੇ ਸਾਨੂੰ ਦਵਾਈ ਲੈਣ ਦੀ ਲੋੜ ਨਾ ਪਏ। ਔਰ ਲੇਕਿਨ ਜਦ ਤੱਕ ਸਾਨੂੰ ਉਸ ਚੀਜ਼ ਦਾ ਪਤਾ ਨਹੀਂ ਹੋਏਗਾ, ਤਦ ਤੱਕ ਅਸੀਂ ਉਹਨੂੰ ਅਮਲ ਵਿੱਚ ਨਹੀਂ ਲਿਆਵਾਂਗੇ। ਤੇ ਨੌਲੇਜ ਜਿਹੜੀ ਹੈ, ਕਿਸੇ ਵੀ ਚੀਜ਼ ਦੀ ਇਨਫੋਰਮੇਸ਼ਨ ਬਹੁਤ ਜ਼ਰੂਰੀ ਹੈ। ਮੰਨ ਲਓ ਕਿ ਹੁਣ ਸਾਨੂੰ ਅੱਜ ਤੱਕ ਇਹ ਪਤਾ ਹੀ ਨਹੀਂ ਸੀ ਕਿ ਸੋਚ ਵੀ ਅਸੀਂ ਆਪਣੇ ਹਿਸਾਬ ਨਾਲ ਸੋਚ ਸਕਨੇ ਆ, ਔਰ ਸਾਡੀ ਸੋਚ ਨਾਲ ਸਾਡਾ ਜੀਵਨ ਚੱਲਦਾ ਹੈ। ਅਸੀਂ ਸਮਝਦੇ ਸੀ ਕਿ ਉੱਤੇ ਰੱਬ ਬੈਠਾ, ਉਹ ਲਿਖ ਰਿਹਾ, ਔਰ ਅਸੀਂ ਉਸ ਤਰ੍ਹਾਂ ਕਠਪੁਤਲੀਆਂ ਦੀ ਤਰ੍ਹਾਂ ਚੱਲ ਰਹੇ ਹਾਂ। ਲੇਕਿਨ ਜਦੋਂ ਸਾਨੂੰ ਇਸ ਚੀਜ਼ ਦਾ ਨੌਲੇਜ ਮਿਲੀ, ਇਨਫੋਰਮੇਸ਼ਨ ਮਿਲੀ ਕਿ ਸੋਚਣਾ ਸਾਡੇ ਹੱਥ ਵਿੱਚ, ਤੇ ਅਸੀਂ ਉਹਦੇ ਤੇ ਕੰਮ ਕਰਨਾ ਸ਼ੁਰੂ ਕੀਤਾ ਕਿ ਅਸੀਂ ਗਲਤ ਨਾ ਸੋਚੀਏ, ਨਕਾਰਾਤਮਕ ਨਾ ਸੋਚੀਏ। ਹੁਣ ਅਸੀਂ ਜਦ ਆਤਮ ਗਿਆਨ ਦੇ ਰਸਤੇ ਤੇ ਚੱਲਣਾ, ਤੇ ਸਾਨੂੰ ਸਭ ਤੋਂ ਪਹਿਲੇ ਇਸ ਚੀਜ਼ ਦੀ ਨੌਲੇਜ ਹੋਣੀ ਚਾਹੀਦੀ ਹੈ ਕਿ ਸੱਚ ਕੀ ਹੈ, ਅਸत्य ਕੀ ਹੈ, ਝੂਠ ਕੀ ਹੈ, ਸੱਚ ਕੀ ਹੈ। ਝੂਠ ਸੱਚ ਅਗਰ ਕਿਹਾ ਜਾਏ ਤੇ ਇਹ ਬਹੁਤ ਸਰਫੇਸ ਦੀ ਗੱਲ, ਬਹੁਤ ਉੱਤੇ ਦੇ ਲੈਵਲ ਦੀ ਗੱਲ ਹੈ। ਮਤਲਬ ਬਹੁਤ, ਜਿਸ ਤਰ੍ਹਾਂ ਕਹਿੰਦੇ ਨੇ ਨਾ, ਬਹੁਤ ਡੂੰਘੀ ਗੱਲ ਨਹੀਂ ਹੈ ਸੱਚ ਝੂਠ ਦਾ ਅਗਰ ਅਸੀਂ ਨਾ ਲਈਏ। ਸੰਸਕ੍ਰਿਤ ਵਿੱਚ ਜਿਹੜਾ ਸ਼ਬਦ ਆਂਦਾ ਹੈ ਸत्य असत्य,
कि इस जीवन विच नाल जान वाला की है, छड्ड के जान वाला की है, सत्य असत्य की है, धर्म अधर्म की है, धर्म के अनुसार आचरण करना की है, अधर्म के अनुसार आचरण करना की है। एक इंसान होने के नाते एक साडियां ह्यूमन वैल्यूज की ने, प्रिंसिपल्स की ने जिन्हां ते सानू चलना चाहिए और यूनीवर्सल लॉज की ने। अगर सानू इन्हां चार चीज़ों की समझ आ जाए तो साडी जिंदगी बदलना शुरू हो जाएगी। हुण मान लो कि असी शरीर का ही ध्यान रख रहे हैं दिन रात 99%, लेकिन असी ए जानते हुए कि शरीर ने इत्थे ही रह जाना है, आत्मा ने जाना है। जो चंगे कर्म करांगे वही जाएंगे। सच्चाई है ये, सत्य है ये कि शरीर अनित्य है और आत्मा सत्य है। लेकिन ओनू असी आत्मा नू और उहदे ज्ञान नू पाना किस तरह है, इस चीज की सानू जिहड़ा ज्ञान है वो आत्म ज्ञानियां दियां पुस्तकां पढ़न नाल मिलेगा। हुण यही सत्य सत्य का ज्ञान तुसी किसी जुआरी कोल चले जाओगे तुहानू नहीं मिलेगा। अगर हीरे खरीदने ने तो तुसी पत्थरां दे व्यापारी कोलों जाके हीरे नहीं खरीद सकते। हीरे ते उत्थे ही खरीद सकते हो जिहड़ा हीरे का व्यापारी है, जिन्हें सत्य असत्य नू जानिया है वही तुहानू दस सकता है कि सत्य की असत्य की है। क्योंकि संसारी हिसाब नाल चीज़ां अलग सानू समझ आईयां होईयां ने, लेकिन अध्यात्मिक हिसाब नाल उन्हां चीज़ां दे अर्थ बदल जांदे ने। धर्म और अधर्म की ਅਸੀਂ ਕਹਿੰਦੇ ਆ कि आज समाज बहुत बदल गया, ਲੋਕਾਂ ਵਿੱਚ ਸੰਸਕਾਰ नहीं ने, बच्चे संस्कारी नहीं ने, बहुत एग्रेशन हो गया, बच्चे सुनते नहीं ने। ਅਸੀਂ हर एक नेगेटिव गल करने कि ਇਹ ਤੇ कुछ हो ही नहीं रहा, भ्रष्टाचार बहुत ਵੱਧ गया। लेकिन सानू ਇਹ सोचना है कि धर्म अधर्म की है कि ਅਸੀਂ मैं की धर्म के अनुसार आचरण कर रही हूँ, दूसरे ते मैं उंगलियां उठा रही हूँ कि सब गड़बड़ है, सब पासे गड़बड़ है। कि मैं धर्म अनुसार आचरण कर रही हूँ या मैं ही धर्म अनुसार आचरण कर रही हूँ। ह्यूमन वैल्यूज की ने, एक इंसान नू इंसान होने के नाते ते किस तरह जीना चाहिए, प्रिंसिपल्स की ने, ਉਹਦੇ सिद्धांत की ने। ਅਸੀਂ ਤੇ जरा जी गल होंदी पैसों पिछे ਅਸੀਂ इधर उधर बदल जाने आ, ਅਸੀਂ अपने प्रिंसिपल्स ही छੱਡ देने आ, साडा कोई सिद्धांत ही नहीं है, ਅਸੀਂ किसी सिद्धांत ते टिकदे ही नहीं। ना ही सानू पता है कि यह ब्रह्मांड जिहड़ा है यह किन्हां नियमां नाल बंधिया होया और चल रहा है। मान लो तुसी केले का बीज और नीम का बीज नेड़े नेड़े लगा दो, कोई तो नियम है जो काम कर रहा है कि केला केला ही बनेगा, नीम नीम ही बनेगा। सूरज भी वही है, हवा भी वही है, धरती भी वही है। फिर केला केला बन जाता, नीम नीम बन जाता, क्योंकि वो अपने गुणा के अनुसार धरती तो वही लेंदे ने, सूरज तो हवा तो वही लेंदे ने जो उन्होंने चाहिए। कोई एक नियम है ब्रह्मांड का जिहड़ा काम कर रहा है, ते उस नियम नाल अगर इंसान भी काम करना शुरू करेगा तो जो है वही बन जाएगा। अपने उत्ते लेबल लगा के नहीं चलेगा, दूजियां दी तरह बनने की कोशिश नहीं करेगा, और जो है वही बन जाएगा अगर वो नियमानुसार चलेगा। तो सब तो पहले असी देखना है कि साडे पैटर्न्स की ने, की साडियां आदतां ने, किहड़े असी स्वचालित ढंग नाल ऑटोमैटिक ही काम करी जा रहे हैं। जिस तरह तुसीं सवेरे उठने आ, सानू पता उठ के वॉशरूम जाना है, या जिन्हां लोकां दी आदत है कि पहले पानी पीना है, पानी पीणगे, उठणगे, जाणगे, ब्रश करनगे, चाह पियांगे, ਉਹ ਸਾਡੀ ਇੱਕ ਪੈਟਰਨ ਬਣਿਆ ਹੋਇਆ। ਹੁਣ ਕੋਈ ਬੰਦਾ ਜਿਹੜਾ ਉਹ ਕਹਿੰਦਾ ਨਹੀਂ ਮੈਂ ਤੇ ਨਾਤੇ ਧੋਤੇ ਬਿਨਾ ਚਾਹ ਨਹੀਂ ਪੀਣੀ, ਉਹ ਪਹਿਲੇ ਉੱਠੇਗਾ, ਨਹਾਏਗਾ, ਪਾਠ ਪੂਜਾ ਕਰੇਗਾ, ਫਿਰ ਉਹ ਚਾਹ ਪਾਣੀ ਪੀਏਗਾ। ਉਹ ਇੱਕ ਪੈਟਰਨ ਸੈੱਟ ਹੋਇਆ ਸਾਡਾ। ਕਿਸੇ ਦਾ ਪੈਟਰਨ ਹੈ ਕਿ ਉਹਨੇ ਮੰਦਿਰ ਗੁਰਦੁਆਰੇ ਜਾ ਕੇ ਤਾਂ ਹੀ ਮੂੰਹ ਜੂਠਾ ਕਰਨਾ ਹੈ। ਉਹ ਸਾਡੇ ਪੈਟਰਨ ਸੈੱਟ ਹੋ ਗਏ ਨੇ, ਬਿਲੀਫ ਸਿਸਟਮ ਸਾਡੇ ਬਣ ਗਏ ਨੇ ਕਿ ਇਹ ਨਹੀਂ ਕੀਤਾ ਤੇ ਪਾਪ ਲੱਗੇਗਾ। कुछ ऑटोमैटिक असी चीज़ां जिहड़ियां ने असी अपने दिन विच करने आ, और कुछ साडे बिलीफ सिस्टम जिहड़े ने इन्ने डीप रूटेड हो गए ने कि वो साडे कोलों करांदे ने। मान लो कि कोई बंदा जिस तरह अगर गल करिए इथों इंडिया तो जिहड़े बड़े गुरु घर नूं मन्नण वाले हुंदे ने, जिहड़े गुरुद्वारे जाए बिना मूँह भी जूठा नहीं करते, ऐसे जिहड़े परिवार बाहर जांदे ने जाके डिप्रैशन च चले जांदे ने कि उत्थे दे आस पास कोई गुरुद्वारा ही नहीं है। क्योंकि साडा एक बिलीफ सिस्टम बन गया, पैटर्न बन गया कि अगर असी नहीं गए और आस-पास गुरुद्वारा नहीं है तो असी बहुत बड़ा पाप कर रहे हैं। तो इस गल तो डिप्रैशन चले जाते हैं, जिन्हों अगर अगर आध्यात्मिक टर्म विच किया जाए तो स्पिरिचुअल एडिक्शन कहते हैं कि असी स्पिरिचुअली एडिक्टेड हो गए हैं। कोई बंदा धन पीछे पागल है, कोई बंदा अलग
नशे वास्ते बेचैन है और कोई बंदा स्पिरिचुअलिटी विच आके मन वही है लेकिन ਇੱਥੇ ਉਹ ਹੁਣ स्पिरिचुअल ਜਿਹੜੀਆਂ ਗੱਲਾਂ ਨੇ ਉਹਨਾਂ ਨੂੰ ਲੈ ਕੇ बेचैन है। मैं जल्दी क्यों नहीं हो रहा, ਮੈਨੂੰ आत्म ज्ञान क्यों नहीं हो रहा, ਮੈਨੂੰ अनुभव क्यों नहीं हो रहे। ਉਹ ਬੇਚੈਨੀ ਉਹ ਸਾਨੂੰ ਹੈ ਕਿ ਅਗਰ ਧਿਆਨ ਕਰਨਾ ਹੈ ਤੇ ਕੁਝ ਅਨੁਭਵ ਹੋਣਾ ਹੀ ਚਾਹੀਦਾ ਤੇ ਸਾਨੂੰ ਇੱਥੇ ਵੀ ਉਹ ਬਿਲੀਫ ਸਿਸਟਮ ਕੰਮ ਕਰਦਾ ਵੀ ਉਹਨਾਂ ਨੂੰ ਤੇ ਬਹੁਤ ਅਨੁਭਵ ਹੋ ਰਿਹਾ, ਮੈਨੂੰ ਤੇ ਕੁਝ ਹੋ ਹੀ ਨਹੀਂ ਰਿਹਾ, ਕਿਉਂਕਿ ਅਸੀਂ ਇਹ ਬਿਲੀਫ ਸਿਸਟਮ ਬਣਾ ਲਿਆ ਕਿ ਧਿਆਨ ਕਰ ਰਹੇ ਹਾਂ ਤੇ ਅਨੁਭਵ ਹੋਣਾ ਹੀ ਚਾਹੀਦਾ, ਕੁਝ ਤੇ ਹੋਣਾ ਚਾਹੀਦਾ, ਥੋੜਾ ਹੋਏ ਬਹੁਤਾ ਕੁਝ ਤੇ ਹੋਣਾ ਚਾਹੀਦਾ। ਅਸੀਂ ਆਪਣੇ ਬਿਲੀਫ ਸਿਸਟਮ ਚੈੱਕ ਕਰਨੇ ਨੇ। ਸਭ ਤੋਂ ਪਹਿਲੇ ਅਸੀਂ हर एक समय चेक करना है कि मेरी दृष्टि कैसी है, कि मेरी दृष्टि दोष दृष्टि है। दोष दृष्टि मतलब जो भी सामने आया ਉਹਦੇ ਚ कुछ बुरा ही देखना है, चाहे वो कोई बंदा है, चाहे वो कोई परिस्थिति है, जो भी हो रहा ਉਹਦੇ ਚ कुछ बुरा देखना है। ਹੁਣ ਇਹ ਕਰਨਾ ਕੋਈ ਔਖਾ ਨਹੀਂ ਹੈ। ਅਸੀਂ ਥੋੜਾ ਜਿਹਾ ਆਪਣੇ ਆਪ ਤੇ ਨਜ਼ਰ ਮਾਰਾਂਗੇ ਨਾ, ਦੂਜਿਆਂ ਤੇ ਤਾਂ ਬਹੁਤ ਨਜ਼ਰਾਂ ਰੱਖੀਆਂ ਨੇ, ਅਸੀਂ ਆਪਣੇ ਆਪ ਤੇ ਨਜ਼ਰ ਨਹੀਂ ਰੱਖੀ ਹੋਈ। ਆਪਣੇ ਆਪ ਤੇ ਨਜ਼ਰ ਰੱਖਾਂਗੇ ਪਤਾ ਚੱਲੇਗਾ ਜਿਹੜਾ ਵੀ ਬੰਦਾ ਆ ਰਿਹਾ, ਮੰਨ ਲਓ ਕੋਈ ਮੈਡੀਟੇਸ਼ਨ ਕਰਾ ਰਿਹਾ ਜਾਂ ਕੋਈ ਵਰਕਸ਼ਾਪ ਵੀ ਸ਼ੇਅਰ ਕਰ ਰਿਹਾ, ਅਗਰ ਦੋਸ਼ ਦ੍ਰਿਸ਼ਟੀ ਹੈ ਨਾ ਤੇ ਅਸੀਂ ਉਹਦੀ ਵਰਕਸ਼ਾਪ ਨਹੀਂ ਸੁਣਾਂਗੇ, ਅਸੀਂ ਆਪਣੇ ਅੰਦਰ ਅੰਦਰ ਕਹਾਂਗੇ ਕਿ ਇਹ ਗੱਲ ਤੇ ਸਹੀ ਨਹੀਂ ਹੈ, ਇਹ ਤੇ ਸਹੀ ਨਹੀਂ, ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਹੋਣਾ ਚਾਹੀਦਾ, ਕਿਉਂਕਿ ਸਾਡੀ ਦੋਸ਼ ਦ੍ਰਿਸ਼ਟੀ ਹੈ। ਕਿੰਨਾ ਵੀ ਅੱਛਾ ਹੋ ਰਿਹਾ ਹੈਗਾ ਅਸੀਂ ਦੋਸ਼ ਹੀ ਢੂੰਡਾਂਗੇ, ਉਹਨੂੰ ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਗੱਲ ਕਰਨੀ ਚਾਹੀਦੀ ਹੈ, ਇਸ ਜਗ੍ਹਾ ਤੇ ਉਹਨੇ ਠੀਕ ਨਹੀਂ ਕੀਤਾ, ਨਹੀਂ ਇਹ ਗੱਲ ਤੇ ਨਹੀਂ ਜੱਚੀ ਮੈਨੂੰ। ਅਸੀਂ ਦੋਸ਼ ਦ੍ਰਿਸ਼ਟੀ ਨਾਲ ਹੀ ਦੇਖਨੇ ਆ ਹਰ ਚੀਜ਼ ਨੂੰ, ਔਰ ਜਿਸ ਵੇਲੇ ਦੋਸ਼ ਦ੍ਰਿਸ਼ਟੀ ਨਾਲ ਦੇਖਨੇ ਆ ਨਾ ਤੇ ਉਹ ਦੂਸਰਿਆਂ ਦੇ ਦੋਸ਼ ਅਸੀਂ ਆਤਮਸਾਤ ਕਰ ਲੈਂਦੇ ਆ, ਉਹੀ ਚੀਜ਼ ਸਾਡੇ ਵੱਲ ਆਉਣ ਲੱਗ ਜਾਂਦੀ ਹੈ। ਸਾਨੂੰ ਲੱਗਦਾ ਕਿ ਨਹੀਂ ਮੈਂ ਤੇ ਇੰਜ ਸੁਭਾਵਕ ਗੱਲ ਕੀਤੀ, ਸੁਭਾਵਕ ਗੱਲ ਨਹੀਂ ਹੁੰਦੀ, ਉਹ ਸਾਡੀ ਆਦਤ ਬਣ ਚੁੱਕੀ ਹੈ, ਕਿਉਂਕਿ ਅਸੀਂ ਆਪਣੇ ਦੋਸ਼ ਦੇਖਨੇ ਆ, ਦੂਜਿਆਂ ਦੇ ਵੀ ਦੋਸ਼ ਦੇਖਨੇ ਆ, ਤੇ ਸਾਡੀ ਜਿਹੜੀ ਦ੍ਰਿਸ਼ਟੀ ਹੈ ਨਾ ਉਹ ਹੀ ਦੋਸ਼ ਦ੍ਰਿਸ਼ਟੀ ਹੋ ਗਈ ਹੈ। ਹੁਣ ਅਗਰ ਮੰਨ ਲਓ ਕਿ ਅੱਖਾਂ ਵਿੱਚ ਸਾਡੇ ਨੁਕਸ ਹੋ ਜਾਏ ਔਰ ਸਾਨੂੰ ਸਹੀ ਦਿਖੇ ਨਾ, ਤੇ ਜਦ ਤੱਕ ਅਸੀਂ ਚਸ਼ਮਾ ਨਹੀਂ ਬਦਲਾਂਗੇ ਨਾ ਸਾਨੂੰ ਸਹੀ ਕੁਝ ਦਿਖੇਗਾ ਹੀ ਨਹੀਂ, ਸਭ ਕੁਝ ਧੁੰਦਲਾ ਧੁੰਦਲਾ ਦਿਖੇਗਾ। ਅਗਰ ਅਸੀਂ ਹਰੇ ਰੰਗ ਦਾ ਚਸ਼ਮਾ ਪਾਇਆ ਤੇ ਸਭ ਕੁਝ ਹਰਾ ਹਰਾ ਹੀ ਦਿਖੇਗਾ, ਹੁਣ ਉਹ ਦ੍ਰਿਸ਼ਟੀ ਦਾ ਦੋਸ਼ ਹੈ। ਤੇ ਜਦ ਤੱਕ ਚਸ਼ਮਾ ਨਹੀਂ ਬਦਲਾਂਗੇ ਕੁਝ ਵੀ ਨਹੀਂ ਬਦਲੇਗਾ। ਤੇ ਅਸੀਂ ਆਪਣੀ ਦੋਸ਼ ਦ੍ਰਿਸ਼ਟੀ ਤੋਂ ਦੂਰ ਦ੍ਰਿਸ਼ਟੀ ਵੱਲ ਜਾਣਾ, ਇਹ ਜੋ ਮੈਂ ਕਰ ਰਿਹਾ, ਮੈਂ ਜੋ ਸੋਚ ਰਿਹਾ ਕਿ ਆਉਣ ਵਾਲੇ ਸਮੇਂ ਤੇ ਇਹਦਾ ਮੇਰੇ ਤੇ ਕੀ ਅਸਰ ਹੋਏਗਾ। ਹੁਣ ਅਸੀਂ ਕਹਿੰਦੇ ਆ ਨਾ ਕੋਈ ਸਾਨੂੰ ਸਲਾਹ ਦਿੰਦਾ ਕਿ ਇਹ ਇਸ ਤਰ੍ਹਾਂ ਕਰ ਲਓ ਤੁਸੀਂ, ਉਹਨਾਂ ਦੀ ਪਰਵਾਹ ਕਰਨ ਦੀ ਲੋੜ ਨਹੀਂ ਹੈ, ਉਹਨਾਂ ਦੇ ਬਾਰੇ ਚ ਕੁਝ ਗਲਤ ਗੱਲਾਂ ਕੀਤੀਆਂ, ਅਸੀਂ ਵੀ ਕੀਤੀਆਂ, ਦੂਜੇ ਨੇ ਵੀ ਕੀਤੀਆਂ, ਅਸੀਂ ਅੱਗੋਂ ਇੰਜ ਨਹੀਂ ਕਰਨਾ, ਅਸੀਂ ਉਹਨਾਂ ਨਾਲ ਬੋਲਚਾਲ ਨਹੀਂ ਰੱਖਣੀ, ਜਾਂ ਅਸੀਂ ਵੀ ਇੰਜ ਹੀ ਕਰਾਂਗੇ। ਕਈ ਘਰ ਵਿੱਚ ਅਸੀਂ ਗੱਲਾਂ ਕਰਨੇ ਆ, ਲੇਕਿਨ ਫਿਰ ਸਾਡੇ ਮਨ ਵਿੱਚ ਹੀ ਆ ਜਾਂਦਾ ਕਿ ਨਹੀਂ ਕੱਲ ਨੂੰ ਉਹਨਾਂ ਨੂੰ ਪਤਾ ਲੱਗੇਗਾ ਤਾਂ ਬੁਰਾ ਲੱਗੇਗਾ, ਨਹੀਂ ਮੈਂ ਇਹ ਨਹੀਂ ਕਰ ਸਕਦਾ, ਕਿਉਂਕਿ ਅਸੀਂ ਥੋੜਾ ਦੂਰ ਦ੍ਰਿਸ਼ਟੀ ਨਾਲ ਸੋਚਿਆ ਕਿ ਨਹੀਂ ਨਹੀਂ ਮੈਂ ਉਹਨਾਂ ਨੇ ਜੋ ਕੀਤਾ ਸੋ ਕੀਤਾ, ਮੈਂ ਨਹੀਂ ਕਰਾਂਗਾ, ਮੈਂ ਗਲਤ ਕੰਮ ਨਹੀਂ ਕਰਾਂਗਾ, ਕਿਉਂਕਿ ਅਸੀਂ ਥੋੜਾ ਦੂਰ ਦ੍ਰਿਸ਼ਟੀ ਨਾਲ ਸੋਚਿਆ। ਅਗਰ ਅਸੀਂ ਦੂਰ ਦ੍ਰਿਸ਼ਟੀ ਨਾਲ ਹੀ ਸੋਚਣਾ ਸ਼ੁਰੂ ਕਰਾਂਗੇ ਨਾ ਤੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਹੱਲ ਹੋ ਜਾਣਗੀਆਂ ਜ਼ਿੰਦਗੀ ਦੀਆਂ, ਲੇਕਿਨ ਸਾਡੀ ਦ੍ਰਿਸ਼ਟੀ ਦਾ ਦੋਸ਼ ਹੈ ਤੇ ਕੁਝ ਵੀ ਹੱਲ ਨਹੀਂ ਹੁੰਦਾ। ਤੇ ਥੋੜਾ ਜਿਹਾ ਠਹਿਰਾਵ ਲੈ ਕੇ ਦੂਰ ਦ੍ਰਿਸ਼ਟੀ ਨਾਲ ਸੋਚਾਂਗੇ ਕਿ ਇਹ ਜੋ ਮੈਂ ਕਰ ਰਿਹਾ ਇਹਦਾ ਅਸਰ ਕੀ ਹੋਏਗਾ ਮੇਰੇ ਜੀਵਨ ਤੇ, ਜਾਂ ਦੂਜੇ ਦੇ ਜੀਵਨ ਤੇ ਕੀ ਅਸਰ ਹੋਏਗਾ, ਚੰਗਾ ਹੋਏਗਾ ਕਿ ਮਾੜਾ ਹੋਏਗਾ। ਅਗਰ ਮੈਨੂੰ ਲੱਗ ਹੀ ਰਿਹਾ ਕਿ ਸਹੀ ਇਹਦਾ ਰਿਜ਼ਲਟ ਨਹੀਂ ਨਿਕਲੇਗਾ ਤੇ ਉਹ ਕੰਮ ਕਰਨਾ ਹੀ ਨਹੀਂ ਹੈ। ਤੇ ਇਸ ਲਈ ਬੰਦੇ ਨੂੰ ਦੂਰ ਦ੍ਰਿਸ਼ਟੀ ਦੀ ਬਹੁਤ ਲੋੜ ਹੈ, ਔਰ ਉਹ ਦੂਰ ਦ੍ਰਿਸ਼ਟੀ ਮਿਲੇਗੀ ਨੌਲੇਜ ਨਾਲ, ਗਿਆਨ ਨਾਲ। ਫਿਰ ਜਿਉਂ-ਜਿਉਂ ਸਾਨੂੰ ਨੌਲੇਜ ਹੋਏਗੀ, ਗਿਆਨ ਹੋਏਗੀ, ਅਸੀਂ ਅਧਿਆਤਮ ਦੇ ਰਸਤੇ ਤੇ ਅੱਗੇ ਵਧਾਂਗੇ, ਫਿਰ ਸਾਡੀ ਦਿਵਯ ਦ੍ਰਿਸ਼ਟੀ ਹੋ ਜਾਏਗੀ। ਫਿਰ ਸਾਨੂੰ ਬੁੱਧੀ ਨਾਲ, ਮਨ ਨਾਲ ਸੋਚ ਕੇ ਨਹੀਂ ਚੱਲਣਾ ਪਏਗਾ। ਫਿਰ ਸਾਨੂੰ ਬਹੁਤ ਅੱਗੇ ਦੀ ਜੋ ਪਰਮਾਤਮਾ ਜੋ ਸਾਨੂੰ ਦੱਸੇਗਾ, ਦਿਖਾਏਗਾ, ਫਿਰ ਸਾਡੀ ਦਿਵਯ ਦ੍ਰਿਸ਼ਟੀ ਹੋ ਜਾਏਗੀ। ਫਿਰ ਅਸੀਂ ਸਿਰਫ ਇਹਨਾਂ ਫਿਜ਼ੀਕਲ ਅੱਖਾਂ ਨਾਲ ਥੋੜੀ ਦੂਰ ਤੱਕ ਨਹੀਂ ਦੇਖਾਂਗੇ। ਫਿਰ ਸਾਨੂੰ ਕੋਈ ਵੀ ਕੰਮ, ਕੋਈ ਵੀ ਫੈਸਲਾ ਲੈਣ ਤੋਂ ਪਹਿਲੇ ਸਾਨੂੰ ਪਰਮਾਤਮਾ ਦੀ ਆਵਾਜ਼, ਆਪਣੀ ਆਤਮਾ ਦੀ ਆਵਾਜ਼ ਆਏਗੀ ਕਿ ਅੱਜ ਤੁਸੀਂ ਇਹ ਸੋਚ ਰਹੇ ਹੋ ਕਿ ਇਹ ਆਉਣੇ ਵਾਲੇ 10 ਦਿਨਾਂ ਵਿੱਚ ਇਹਦਾ ਮੇਰੇ ਤੇ ਕੀ ਪ੍ਰਭਾਵ ਪਏਗਾ, ਦੂਰ ਦ੍ਰਿਸ਼ਟੀ ਨਾਲ ਸੋਚ ਰਹੇ ਹੋ, ਜਾਂ ਆਉਣ ਵਾਲੇ ਸਾਲ ਵਿੱਚ ਜੋ ਮੈਂ ਅੱਜ ਫੈਸਲਾ ਕਰ ਰਿਹਾ ਇਹਦਾ ਮੇਰੇ ਤੇ ਕੀ ਪ੍ਰਭਾਵ ਪਏਗਾ। ਲੇਕਿਨ ਜਿਸ ਵੇਲੇ ਤੁਹਾਨੂੰ ਦਿਵਯ ਦ੍ਰਿਸ਼ਟੀ ਮਿਲ ਜਾਏਗੀ, ਤੁਹਾਨੂੰ ਫਿਰ ਇਹ ਲੱਗੇਗਾ ਕਿ ਆਉਣੇ ਵਾਲੇ ਜਨਮਾਂ ਤੇ ਕੀ ਪ੍ਰਭਾਵ ਪਏਗਾ। ਇੰਨੀ ਦੂਰ ਦੀ ਸੋਚ ਹੋ ਜਾਏਗੀ, ਇੰਨੀ ਦਿਵਯ ਦ੍ਰਿਸ਼ਟੀ ਖੁੱਲ ਜਾਏਗੀ ਕਿ ਮੈਂ ਪਿੱਛੇ ਵੀ ਦੇਖ ਸਕਣਾ, ਮੈਂ ਅੱਗੇ ਵੀ ਦੇਖ ਸਕਣਾ ਕਿ ਪਿੱਛੇ ਇਹ ਕਰਕੇ ਆਇਆ, ਅੱਜ ਮੇਰਾ ਜੀਵਨ ਐਸਾ ਹੈ, और आज अगर मैं करांगा ते आने वाले समय ते आने वाले जन्म मेरे कैसे होंगे। ਤੇ ਉਹ ਦਿਵਯ ਦ੍ਰਿਸ਼ਟੀ ਜਿਸ ਵੇਲੇ ਮਿਲ ਜਾਂਦੀ ਬੰਦੇ ਨੂੰ ਤੇ ਫਿਰ ਉਹਦੇ ਕੋਲੋਂ ਕੁਝ ਗਲਤ ਹੁੰਦਾ ਨਹੀਂ, ਫਿਰ ਉਹ ਨਾਲ ਨਾਲ ਆਪਣੀਆਂ ਗਲਤੀਆਂ ਅਗਰ ਹੋ ਵੀ ਜਾਏ ਤੇ ਸੁਧਾਰ ਲੈਂਦਾ।
ਤੇ ਸਾਨੂੰ ਦੋਸ਼ ਦ੍ਰਿਸ਼ਟੀ ਤੋਂ ਬਾਹਰ ਨਿਕਲ ਕੇ ਦੂਰ ਦ੍ਰਿਸ਼ਟੀ ਔਰ ਦਿव्य ਦ੍ਰਿਸ਼ਟੀ ਵੱਲ ਜਾਣਾ ਹੈ, ਤਾਂ ਕਿ ਅਸੀਂ ਆਪਣੇ ਪੈਟਰਨ ਚੇਂਜ ਕਰ ਸਕੀਏ, ਅਸੀਂ ਆਪਣੇ ਬਿਲੀਫ ਸਿਸਟਮ ਚੇਂਜ ਕਰ ਸਕੀਏ, ਅਸੀਂ ਕੁਐਸਚਨ ਕਰ ਸਕੀਏ ਕਿ ਮੈਂ ਕਰ ਰਿਹਾ ਤੇ ਮੈਂ ਕਰ ਕਿਉਂ ਰਿਹਾ, ਕਿਉਂ ਮੈਂ ਕਰ ਰਿਹਾ। ਹੁਣ ਮੈਂ ਅਗਰ ਅਧਿਆਤਮ ਦੇ ਮਾਰਗ ਤੇ ਚੱਲ ਰਿਹਾ ਜਾਂ ਮੈਂ ਧਿਆਨ ਦੇ ਰਸਤੇ ਤੇ ਆ ਗਿਆ, ਤੇ ਕੀ ਮੈਂ ਅਰਥੀ ਬਣ ਕੇ ਆਇਆ? ਅਰਥੀ ਮਤਲਬ ਕਿ ਮੈਨੂੰ ਕੋਈ ਮਤਲਬ ਹੈ, ਕੋਈ ਅਰਥ ਹੈ ਕਿ ਮੇਰਾ ਵਪਾਰ ਨਹੀਂ ਚੱਲਦਾ ਪਿਆ, ਮੇਰੇ ਕੋਲ ਨੌਕਰੀ ਨਹੀਂ ਹੈ, ਮੈਂ ਧਿਆਨ ਕਰਾਂਗਾ ਮੈਨੂੰ ਨੌਕਰੀ ਮਿਲ ਜਾਏਗੀ। ਮੇਰੇ ਬੇਟੇ ਦਾ ਵਿਆਹ ਨਹੀਂ ਹੋ ਰਿਹਾ, ਮੈਂ ਧਿਆਨ ਕਰਾਂਗਾ ਮੇਰਾ ਬੇਟਾ ਧਿਆਨ ਕਰੇਗਾ, ਸਾਨੂੰ ਅੱਛਾ ਰਿਸ਼ਤਾ ਮਿਲ ਜਾਏਗਾ। ਮਤਲਬ ਅਸੀਂ ਜੋ ਵੀ ਕਰ ਰਹੇ ਹਾਂ ਉਹਦੇ ਸਾਡਾ ਕੋਈ ਨਾ ਕੋਈ ਆਪਣਾ ਸਵਾਰਥ ਹੈ, ਮਤਲਬ ਹੈ ਸਾਡਾ। ਔਰ ਅਸੀਂ ਇਹ ਖੁਦ ਹੀ ਚੈੱਕ ਕਰ ਸਕਦੇ ਹਾਂ ਕਿ ਅਸੀਂ ਜੋ ਘੰਟੋ ਘੰਟੋ ਧਿਆਨ ਕਰ ਰਹੇ ਹਾਂ ਕਿਸ ਮਤਲਬ ਲਈ ਕਰ ਰਹੇ ਹਾਂ, ਕਿ ਅਸੀਂ ਕੋਈ ਕੰਮ ਕਰਾਉਣਾ ਚਾਹੁੰਦੇ ਹਾਂ ਪਰਮਾਤਮਾ ਤੋਂ। ਤੇ ਉਹੀ ਗੱਲ ਹੋ ਗਈ ਕਿ ਅਸੀਂ ਮੰਦਿਰ ਜਾ ਕੇ ਅਰਦਾਸ ਕਰ ਰਹੇ ਹਾਂ, ਗੁਰਦੁਆਰੇ ਜਾ ਕੇ ਅਰਦਾਸ ਕਰ ਰਹੇ ਹਾਂ ਕਿ ਪਰਮਾਤਮਾ ਸਾਡਾ ਇਹ ਕੰਮ ਹੋ ਜਾਏ, ਅਸੀਂ ਤੈਨੂੰ ਇਹ ਭੰਡਾਰਾ ਕਰਾਂਗੇ ਜਾਂ ਲੰਗਰ ਲਗਾਵਾਂਗੇ। ਤੇ ਅਸੀਂ ਇੱਥੇ ਆ ਕੇ ਵੀ ਇਹੀ ਸੋਚ ਰਹੇ ਹਾਂ ਕਿ ਅਸੀਂ ਧਿਆਨ ਕਰੀਏ 4 ਘੰਟੇ 6 ਘੰਟੇ ਤੇ ਸਾਡਾ ਕੰਮ ਹੋ ਜਾਏ, ਤਾਂ ਅਸੀਂ ਅਜੇ ਆਤਮ ਗਿਆਨ ਦੀ ਖੋਜ ਵਿੱਚ ਨਹੀਂ ਹਾਂ। ਜਾਂ ਸਾਨੂੰ ਕੋਈ ਆਪਣਾ ਫਿਜ਼ੀਕਲ ਦੁੱਖ ਹੈ, ਅਸੀਂ ਉਸ ਦੁੱਖ ਨੂੰ ਦੂਰ ਕਰਨ ਲਈ ਧਿਆਨ ਕਰ ਰਹੇ ਹਾਂ, ਤੇ ਅਸੀਂ ਇੱਕ ਕਾਮਨਾ ਲੈ ਕੇ ਧਿਆਨ ਕਰ ਰਹੇ ਹਾਂ, ਨਿਸ਼ਕਾਮ ਧਿਆਨ ਨਹੀਂ ਕਰ ਰਹੇ, ਅਸੀਂ ਇੱਕ ਕਾਮਨਾ ਲੈ ਕੇ ਧਿਆਨ ਕਰ ਰਹੇ ਹਾਂ, ਅਸੀਂ ਆਪਣੀ ਕਾਮਨਾ ਨੂੰ ਸਾਹਮਣੇ ਰੱਖਿਆ ਹੋਇਆ, ਭਗਤੀ ਕਰ ਰਹੇ ਹਾਂ ਅਸੀਂ ਕਿ ਮੈਂ ਕਿਸੇ ਤੇ ਡਿਪੈਂਡ ਹੋ ਰਿਹਾ ਕਿ ਮੈਂ ਜਿਹਦੀ ਭਗਤੀ ਕਰ ਰਿਹਾ ਉਹ ਮੇਰੀ ਮਦਦ ਕਰੇਗਾ, ਮੈਂ ਸ਼ਰਧਾ ਕਰ ਰਿਹਾ, ਭਗਤੀ ਕਰ ਰਿਹਾ ਕਿ ਮੈਨੂੰ ਹਰ ਮੁਸੀਬਤ ਵਿੱਚ, ਹਰ ਔਕੜ ਵਿੱਚ ਉਹੀ ਮਦਦ ਕਰੇਗਾ, ਉਹੀ ਮੈਨੂੰ ਰਸਤਾ ਦਿਖਾਏਗਾ, ਮੈਂ ਉਹਦੇ ਤੇ ਪੂਰੀ ਤਰ੍ਹਾਂ ਨਿਰਭਰ ਹਾਂ, ਮੈਂ ਜਿਹਦੀ ਭਗਤੀ ਕਰ ਰਿਹਾ। ਲੇਕਿਨ ਅਗਰ ਮੇਰੀ ਖੋਜ ਆਤਮ ਗਿਆਨ ਦੀ ਹੈ ਤੇ ਮੈਂ ਆਪਣੇ ਆਪ ਨੂੰ ਐਮਪਾਵਰ ਕਰਨ ਲਈ, ਆਪਣੇ ਅੰਦਰੋਂ ਗਿਆਨ ਪਾਉਣ ਲਈ ਆਪਣੇ ਆਪ ਤੇ ਮਿਹਨਤ ਕਰ ਰਿਹਾ, ਤੇ ਇਹ ਮੇਰਾ ਰਸਤਾ ਜਿਹੜਾ ਹੈ ਆਤਮ ਗਿਆਨ ਪਾਉਣ ਦਾ, ਇਹ ਸਹੀ ਰਸਤਾ ਹੈ। ਔਰ ਆਤਮ ਗਿਆਨ ਪਾਣਾ ਜਿਹੜਾ ਹੈ ਹਾਈਐਸਟ ਜਿਹੜੀ ਲੈਵਲ ਹੈ। ਅਗਰ ਤੁਹਾਨੂੰ ਆਤਮ ਗਿਆਨ ਹੋ ਜਾਂਦਾ ਤੇ ਤੁਹਾਡੇ ਸਾਰੇ ਦੁੱਖ ਔਰ ਤੁਹਾਡੇ ਜਿਹੜੇ ਮਨੋਰਥ ਨੇ ਉਹ ਤਾਂ ਕੁਦਰਤ ਨੇ ਵੈਸੇ ਹੀ ਪੂਰੇ ਕਰ ਦੇਣੇ ਨੇ, ਕਿਉਂਕਿ ਤੁਸੀਂ ਹੁਣ ਦੂਸਰਿਆਂ ਦੇ ਭਲੇ ਲਈ ਕੰਮ ਕਰ ਰਹੇ ਹੋ, ਆਪਣਾ ਤੁਹਾਡਾ ਕੋਈ ਸਵਾਰਥ ਨਹੀਂ ਹੈ, ਤੇ ਤੁਹਾਡੇ ਕੰਮ ਤੇ ਪਰਮਾਤਮਾ ਵੈਸੇ ਹੀ ਕਰ ਦੇਗਾ। ਲੇਕਿਨ ਅਸੀਂ ਛੋਟੇ ਛੋਟੇ ਸਵਾਰਥ ਸਾਹਮਣੇ ਰੱਖ ਕੇ ਧਿਆਨ ਵੀ ਕਰਨੇ ਆ ਤੇ ਛੋਟੇ ਛੋਟੇ ਸਵਾਰਥ ਰੱਖ ਲੈਂਦੇ ਆ। ਸਾਨੂੰ ਆਪਣੇ ਆਪ ਨੂੰ ਕੁਐਸਚਨ ਕਰਨਾ ਹੈ ਸਭ ਤੋਂ ਪਹਿਲੇ ਕਿ ਮੇਰੀ ਦ੍ਰਿਸ਼ਟੀ ਕਿਸ ਤਰ੍ਹਾਂ ਦੀ ਹੈ, ਦੋਸ਼ ਦ੍ਰਿਸ਼ਟੀ ਹੈ, ਦੂਰ ਦ੍ਰਿਸ਼ਟੀ ਹੈ, ਜਾਂ ਦਿव्य ਦ੍ਰਿਸ਼ਟੀ ਵੱਲ ਮੈਂ ਜਾ ਰਿਹਾ। ਦੂਸਰਾ ਕੁਐਸਚਨ ਕਰਨਾ ਹੈ ਕਿ ਮੈਂ ਸੱਚਾਈ ਦੀ ਖੋਜ ਵਿੱਚ ਹਾਂ, ਸੱਚ ਨੂੰ ਪਾਉਣ ਦੀ ਖੋਜ ਵਿੱਚ ਹਾਂ। ਸੱਚ ਕੀ ਹੈ? ਆਤਮਾ ਸੱਚ ਹੈ। ਅਗਰ ਮੈਂ ਸੱਚਾਈ ਨੂੰ ਪਾਉਣ ਦੀ ਖੋਜ ਵਿੱਚ ਹਾਂ ਤੇ ਫਿਰ ਮੈਨੂੰ ਛੋਟੇ ਛੋਟੇ ਸੰਕਲਪ ਕਰਨ ਦੀ ਲੋੜ ਹੀ ਨਹੀਂ, ਉਹ ਸੰਕਲਪ ਤੇ ਪਰਮਾਤਮਾ ਨੇ ਆਪੇ ਹੀ ਪੂਰੇ ਕਰ ਦੇਣੇ। ਤੇ ਮੈਂ ਉਹਨਾਂ ਸੰਕਲਪਾਂ ਨੂੰ ਲੈ ਕੇ ਬੈਠ ਕੇ ਅਗਰ ਧਿਆਨ ਕਰ ਰਿਹਾ ਤੇ ਮੈਂ ਆਪਣੇ ਰਸਤੇ 'ਚ ਰੁਕਾਵਟ ਪੈਦਾ ਕਰ ਰਿਹਾ, ਕਿਉਂਕਿ ਫਿਰ ਮੈਂ ਇੱਕ ਛੋਟੀ ਜੀ ਮੰਗ ਲੈ ਕੇ ਪਰਮਾਤਮਾ ਕੋਲ ਜਾ ਰਿਹਾ। ਜਿਸ ਤਰ੍ਹਾਂ ਇੱਕ ਬੱਚਾ ਹੈ, ਉਹ ਵੱਡਾ ਹੋ ਗਿਆ, ਆਪਣੇ ਪੈਰਾਂ ਤੇ ਖੜਾ ਹੋ ਸਕਦਾ ਹੈ, ਉਹਦੇ ਅੰਦਰ ਬੁੱਧੀ ਹੈ, ਕੰਮ ਵੀ ਕਰ ਸਕਦਾ ਹੈ, ਲੇਕਿਨ ਫਿਰ ਵੀ ਉਹ ਮਾਂ ਪਿਓ ਕੋਲ ਜਾ ਕੇ ਕਹੇ ਕਿ ਮੈਨੂੰ ਚਾਕਲੇਟ ਲੈ ਦਿਓ, ਤਾਂ ਮਾਂ ਪਿਓ ਕੀ ਸਮਝਣਗੇ? ਚਾਕਲੇਟ ਤੇ ਦੇ ਦੇਣਗੇ, ਲੇਕਿਨ ਉਹਨਾਂ ਨੂੰ ਇਹ ਪਤਾ ਚੱਲੇਗਾ ਜੇ ਇਹਦੀ ਬੁੱਧੀ ਜਿਹੜੀ ਹੈ ਨਾ ਉਹ ਵਿਕਸਿਤ ਨਹੀਂ ਹੋਈ ਹੈ, ਜੇ ਇਹਨੂੰ ਸਮਝ ਨਹੀਂ ਆਈ। ਤੇ ਅਸੀਂ ਵੀ ਅਗਰ ਪਰਮਾਤਮਾ ਦੇ ਅੱਗੇ ਅਸੀਂ ਪ੍ਰਾਰਥਨਾ ਕਰਨੇ ਆ ਜਾਂ ਅਸੀਂ ਕੋਈ ਸੰਕਲਪ ਰੱਖਨੇ ਆ, ਤੇ ਅਗਰ ਸਾਡਾ ਸੰਕਲਪ ਹੀ ਬਹੁਤ ਛੋਟਾ ਹੈ, ਸੰਕਲਪ ਤੇ ਪੂਰਾ ਹੋ ਜਾਏਗਾ, ਫਿਰ ਅਸੀਂ ਕੀ ਕਰਾਂਗੇ? ਫਿਰ ਅਸੀਂ ਦੂਜਾ ਸੰਕਲਪ ਰੱਖਾਂਗੇ, ਫਿਰ ਅਸੀਂ ਤੀਜਾ ਸੰਕਲਪ ਰੱਖਾਂਗੇ, ਔਰ ਅਸੀਂ ਆਪਣੇ ਹੀ ਸੰਕਲਪ ਵਿਕਲਪ ਚੁਣਦੇ ਚਲੇ ਜਾਵਾਂਗੇ। ਅਸੀਂ ਆਪਣੇ ਆਪ ਤੇ ਕੁਐਸਚਨ ਕਰੀਏ ਕਿ ਮੇਰੀ ਖੋਜ ਪਰਮਾਤਮਾ ਆਤਮਾ ਸੱਚ ਨੂੰ ਪਾਉਂਦੀ ਹੈ। ਅਗਰ ਮੇਰੀ ਖੋਜ ਸੱਚ ਨੂੰ ਪਾਉਂਦੀ ਹੈ ਤੇ ਫਿਰ ਮੈਨੂੰ ਉਸ ਰਸਤੇ ਤੇ ਚੱਲਣਾ ਹੈ ਜਿਹੜਾ ਰਸਤਾ ਮੈਨੂੰ ਸੱਚ ਤੇ ਲੈ ਕੇ ਜਾਏ। ਫਿਰ ਇਹ ਛੋਟੇ ਛੋਟੇ ਸੰਕਲਪ ਜਿਹੜੇ ਨੇ, ਸਵਾਰਥੀ ਸੰਕਲਪ, ਇਹਨਾਂ ਨੂੰ ਛੱਡ ਦੇਣਾ ਹੈ। ਔਰ ਉਹਦੇ ਲਈ ਮੈਂ ਕੀ ਕਰਨਾ? ਸਭ ਤੋਂ ਪਹਿਲੇ ਸੁਣਨਾ ਹੈ, ਗਿਆਨ ਨੂੰ ਸੁਣਨਾ ਹੈ, ਦੂਸਰਿਆਂ ਦੇ ਅਨੁਭਵ ਸੁਣਨੇ ਨੇ। ਐਸੇ ਲਈ ਸੱਜਣ ਸੰਗਤ ਦਾ ਇੰਨਾ ਮਹੱਤਵ ਹੈ ਕਿ ਸੁਣਨਾ ਹੈ। ਸੁਣਦੇ 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 ਉਹ ਹੌਲੀ ਹੌਲੀ ਸਾਨੂੰ ਉਸ ਸੰਗਤ ਵਿੱਚ, ਸੁਣਦੇ ਸੁਣਦੇ ਅਸੀਂ ਉਹਦੇ ਵਿੱਚ ਰਚ ਮਿਚ ਜਾਂਦੇ ਆ। ਜਿਸ ਤਰ੍ਹਾਂ ਮੰਨ ਲਓ ਕਿ ਅਗਰ ਕੋਈ ਖਿਲਾੜੀ ਬਣਨਾ ਚਾਹੁੰਦਾ ਹੈ ਤੇ ਉਹ ਸੰਗੀਤਕਾਰਾਂ ਦੀ ਸੰਗਤ ਨਹੀਂ ਕਰੇਗਾ, ਉਹ ਖਿਲਾੜੀਆਂ ਦੀ ਸੰਗਤ ਕਰੇਗਾ। ਅਗਰ ਕੋਈ ਸੰਗੀਤਕਾਰ ਬਣਨਾ ਚਾਹੁੰਦਾ ਹੈ ਤੇ ਉਹ ਸੰਗੀਤਕਾਰਾਂ ਦੀ ਸੰਗਤ ਕਰੇਗਾ। ਤੇ ਅਗਰ ਕੋਈ ਆਤਮ ਗਿਆਨੀ ਬਣਨਾ ਚਾਹੁੰਦਾ ਤੇ ਉਹਨੂੰ ਕਿਹਦੀ ਸੰਗਤ ਕਰਨੀ ਚਾਹੀਦੀ? ਉਹਨੂੰ ਆਤਮ ਗਿਆਨੀਆਂ ਦੀ ਸੰਗਤ ਕਰਨੀ ਚਾਹੀਦੀ ਹੈ, ਸੱਜਣ ਸੰਗਤ ਤੇ ਕਰਨਾ ਚਾਹੀਦਾ। ਫਿਰ ਉਹਨੂੰ ਇੱਧਰ ਉੱਧਰ ਨਹੀਂ ਭਟਕਣਾ ਚਾਹੀਦਾ, ਫਿਰ ਉਹਨੂੰ ਆਲਤੂ ਫਾਲਤੂ ਗੱਲਾਂ ਨਹੀਂ ਸੁਣਨੀਆਂ ਚਾਹੀਦੀਆਂ ਕਿ ਅੱਜ ਉੱਥੇ ਮਾਰਕਾਟ ਹੋ ਗਈ, ਅੱਜ ਉੱਥੇ ਦੰਗੇ ਹੋ ਗਏ। ਫਿਰ ਉਹਦਾ ਇਹਨਾਂ ਚੀਜ਼ਾਂ 'ਚ ਕੋਈ ਇੰਟਰਸਟ ਨਹੀਂ ਲੈ ਜਾਂਦਾ ਕਿ ਅੱਜ ਉਹਦੇ ਘਰ ਕੀ ਝਗੜਾ ਹੋਇਆ, ਉਹਨਾਂ ਦੇ ਘਰ ਕੀ ਚੱਲ ਰਿਹਾ। ਫਿਰ ਉਹ ਇਹਨਾਂ ਗੱਲਾਂ ਤੋਂ ਦੂਰ ਹੋ ਜਾਂਦਾ, ਫਿਰ ਉਹ ਪਰਮਾਤਮਾ ਦੀ ਗੱਲ ਸੁਣ ਕੇ ਹੀ ਖੁਸ਼ ਹੁੰਦਾ।
कि ਜਿਹੜੀ ਗੱਲ ਮੈਨੂੰ परमात्मा ਦੇ ਨੇੜੇ ਕਰੇ ਬਸ ਮੈਂ ਉਹੀ ਗੱਲ ਸੁਣਨੀ ਹੈ। ऐसे वास्ते जपजी साहब ਵਿੱਚ श्री गुरु नानक देव जी ने 4 पौड़ियां श्रवण ਦੀਆਂ ਉਚਾਰੀਆਂ। सुनिए और सुनते सुनते ही बंदा मुक्त हो जाता है। सुनन ਦੀ ਇੰਨੀ महानता दसी गई है। फिर सुन के ਉਹਨੂੰ ਛੱਡਣਾ नहीं है कि सुन लिया तो अपने घर चले गए, एक कान चो सुनिया दूजे कान चो काट दिता, नहीं। फिर ਉਹਦੇ ਤੇ मनन करना है, मनन करना है की नहीं करना। अपने आप ਨੂੰ क्वेश्चन करना है कि ए हुण मैं सुनिया ते की मैं जो सुनिया ਉਹਦੇ अनुसार अमल कर रहा या फिर मैं अपनी मनमर्जी कर रहा। मैनू ए सीधी जी गल समझ आ गई कि झूठ नहीं बोलना, कि मैं बार बार झूठ बोलिया। और असीं देखो छोटिया छोटिया गल्लां ते झूठ बोल रहे, सानू लगदा इहदे नाल फर्क की पैना। मान लो कि कोई नवा बंदा आया और उन्हें बहुत अच्छा काम किया या कुछ गाया, शब्द गाया, और उन्होंने असीं कहा कि तुसीं गाना भी एक सुना दो, तो फौरन असीं कहते कि सानू ते गाना आंदा नहीं, जबकि सानू आंदा है। सानू लगता ही नहीं कि असीं झूठ बोल रहे हैं। मान लो किसी ने कहा थोड़ी देर रुक जाओ, हुण आए हो तो थोड़ी देर रुक जाओ, खाना वाना खा के जाना, बहुत सानू प्यार किया, ते असीं अचानक ही साडे मुंह तो जानबूझ के नहीं बोले, अचानक ही निकल जाएगा कि नहीं घर मैनू काम है, काम सानू कुछ भी नहीं है, लेकिन मुंह तो निकल जाएगा कि नहीं मैनू घर काम है। फिर 2-4 बारी कहणगे, फिर असीं बैठ भी जावांगे। सानू पता है सानू कोई काम नहीं है, मैं ही जाननी है कि मैनू घर जाके कोई काम नहीं है, लेकिन अचानक ही मेरे मुंह तो निकल जाएगा नहीं मैनू घर काम है, मैं जाना है। और फिर 2-3 बार कहने तो बाद मैं रुक भी जावांगी। छोटिया छोटिया गल्लां ते असीं ध्यान देंगे ना, असीं झूठ बोलना। और जेड़ा बंदा अध्यात्म के रस्ते ते चलदा ना, वो बहुत ही जागरूक हो जाता है। मैं अगर अपने फादर की गल करा, बचपन तो ही उन्होंने सी कि मैं परमात्मा नू पाना है, और उन्होंने एक बारी जिन्हों सतोरी किया जाता है, एक अनुभव भी होया छोटी उम्र विच, और वो उस रस्ते ते चल पे। उन्होंने जिंदगी का एक असूल बनाया सी कि मैं झूठ नहीं बोलना, क्योंकि वो सच दी चिनक जो उन्होंने लग गई अंदर, तो उन्होंने कहा मैं बचपन च 9 साल 9वीं क्लास विच सी, ताई उन्होंने अमृत छकिया और उन्होंने प्रकाश वगैरह सब दिखाई दिता, तो उन्होंने हो गया कि मैं जिंदगी झूठ नहीं बोलना। एक उन्होंने एक नियम बना लिया, हुण वो कुछ भी हो जाए झूठ नहीं सी बोलना। और परिवार दे लोग उन्हां नाल लड़दे सी, असीं भी लड़दे सी, घर च कई गल्लां हो जांदियां ने, ते उन्हां कोलों कोई पुछदा सी कि इह गल इस तरह तुसीं कही है या इस तरह होई है, इन्ने क्या, ते ओह कह रहे सी मैं नहीं झूठ बोलना, तुसीं जानो आपस च दोनों निपटाओ, मैं नहीं विच बोलना। तो सानू समझ आ जांदी सी कि बंदा झूठ बोल रिहा तां ही डैडी बोल नहीं रिहा इहदे विच। ते उन्हां ने असूल बनाया सी, और ओह अगर कोई गल किसी दे बारे विच कहंदे सी ना कि इस तरह इहदा काम हो जाएगा, तो ओहदा हो जांदा सी। बाद चो मैं साइंस पढ़ी कि जेड़ा बंदा झूठ नहीं बोलदा ना, ਉਹਦਾ ਜੋ ਵੀ ਮੂੰਹ ਚੋਂ ਕੋਈ ਵਚਨ ਨਿਕਲਦਾ ਨਾ, ਉਹ ਪੂਰਾ ਹੋ ਜਾਂਦਾ ਹੈ। ਇੱਕ ਬੰਦਾ ਦਿਨ ਵਿੱਚ ਇੰਨੇ ਝੂਠ ਬੋਲਦਾ ਹੈ, ਤੇ ਫਿਰ ਉਹ ਕੋਈ ਸਹੀ ਵੀ ਗੱਲ ਬੋਲੇਗਾ ਤਾਂ ਪੂਰੀ ਕਿਸ ਤਰ੍ਹਾਂ ਹੋਏਗੀ। ਉਹ ਤੁਸੀਂ ਇੱਕ ਸੁਣੀਏ ਨਾ, ਸ਼ੇਰ ਆਇਆ ਸ਼ੇਰ ਆਇਆ ਸ਼ੇਰ ਆਇਆ, ਗਡਰੀਆ ਕਹਿੰਦਾ ਸੀ, ਤੇ ਸਾਰਿਆਂ ਨੇ ਵੇਖਿਆ, ਦੌੜ ਦੌੜ ਕੇ ਜਾਂਦੇ ਸੀ ਉਹਦੀ ਮਦਦ ਕਰਨ ਲਈ, ਤੇ ਦੇਖਿਆ ਤੇ ਤੂੰ ਝੂਠ ਬੋਲਿਆ, ਦੂਸਰਿਆਂ ਦਾ ਮਜ਼ਾਕ ਉਡਾਉਂਦਾ ਸੀ, ਤੇ ਇੱਕ ਦਿਨ ਸੱਚੀ ਸ਼ੇਰ ਆ ਗਿਆ। ਝੂਠ ਬੋਲ ਬੋਲ ਕੇ ਸਾਨੂੰ ਇੰਨੀ ਆਦਤ ਪੈ ਜਾਂਦੀ ਕਿ ਅਗਰ ਅਸੀਂ ਸੱਚ ਵੀ ਬੋਲਾਂਗੇ ਨਾ, ਉਹਦਾ ਵੀ ਕਿਸੇ ਨੂੰ ਅਸਰ ਨਹੀਂ ਹੁੰਦਾ। ਤੇ ਅਸੀਂ ਛੋਟੀਆਂ-ਛੋਟੀਆਂ ਗੱਲਾਂ ਅਵੇਅਰਨੈਸ ਨਾਲ ਜੀਏ, ਤੇ ਛੋਟੀਆਂ-ਛੋਟੀਆਂ ਗੱਲਾਂ ਤੇ ਝੂਠ ਨਹੀਂ ਬੋਲੀਏ। ਔਰ ਸਾਨੂੰ ਲੱਗਦਾ ਝੂਠ ਬੋਲਣ ਨਾਲ ਕੰਮ ਆਸਾਨ ਹੋ ਜਾਂਦਾ ਹੈ, ਲੇਕਿਨ ਤੁਸੀਂ ਹੈਰਾਨ ਹੋ ਜਾਓਗੇ ਕਿ ਸੱਚ ਬੋਲਣ ਨਾਲ ਤੁਹਾਡਾ ਤੇ ਕੰਮ ਆਸਾਨ ਹੁੰਦਾ, ਅਗਲੇ ਦਾ ਜੀਵਨ ਬਦਲ ਜਾਂਦਾ ਹੈ। ਅਗਲੇ ਦੇ ਨਜ਼ਰਾਂ ਵਿੱਚ ਤੁਹਾਡੀ ਇੱਕ ਵੈਲਿਊ ਕ੍ਰੀਏਟ ਹੋ ਜਾਂਦੀ ਹੈ ਕਿ ਵੀ ਇਹ ਬੰਦਾ ਝੂਠ ਨਹੀਂ ਬੋਲੇਗਾ। ਤੁਹਾਡਾ ਇੰਨਾ ਇੱਕ ਬ੍ਰਾਂਡ ਬਣ ਜਾਂਦਾ ਕਿ ਵੀ ਅਗਰ ਇਹ ਗੱਲ ਪੁੱਛਣੀ ਹੈ ਨਾ, ਤੇ ਇਸ ਬੰਦੇ ਕੋਲੋਂ ਪੁੱਛੋ, ਇਹ ਨਹੀਂ ਝੂਠ ਬੋਲੇਗਾ। ਉਹ ਤੁਹਾਡੀ ਬ੍ਰਾਂਡਿੰਗ ਹੋ ਜਾਂਦੀ ਹੈ, ਔਰ ਉਹਦਾ ਤੁਹਾਨੂੰ ਫਾਇਦਾ ਹੁੰਦਾ ਉਸ ਚੀਜ਼ ਦਾ, ਔਰ ਜੋ ਤੁਹਾਨੂੰ ਵੇਖ ਕੇ ਦੂਜਿਆਂ ਤੇ ਉਸ ਚੀਜ਼ ਦਾ ਬਹੁਤ ਪ੍ਰਭਾਵ ਪੈਂਦਾ ਹੈ, ਔਰ ਉਹਨਾਂ ਦਾ ਜੀਵਨ ਬਦਲਣ ਲੱਗ ਜਾਂਦਾ ਹੈ। ਔਰ ਨਿਧਿਆਸਨ, ਫਿਰ ਉਸ ਚੀਜ਼ ਵੱਲ ਧਿਆਨ ਰੱਖਣਾ, ਕਿਉਂਕਿ ਹੁਣ ਸਾਨੂੰ ਇਹ ਵੀ ਪਤਾ ਚੱਲ ਗਿਆ ਸੁਣ ਕੇ ਕਿ ਆਤਮਾ ਜਿਹੜੀ ਹੈ ਉਹ ਅਮਰ ਹੈ, ਸਰੀਰ ਜਿਹੜਾ ਹੈ ਉਹ ਨਸ਼ਵਰ ਹੈ। ਹੁਣ ਅਸੀਂ ਸੁਣ ਲਿਆ, ਅਸੀਂ ਮਨਨ ਵੀ ਕਰ ਰਹੇ ਹਾਂ, ਹਰ ਦਿਨ ਮਨਨ ਕਰ ਰਹੇ ਹਾਂ ਕਿ ਹਾਂ ਸਾਨੂੰ ਸਮਝ ਆ ਗਈ ਸਰੀਰ ਨਸ਼ਵਰ ਹੈ, ਆਤਮਾ ਜਿਹੜੀ ਹੈ ਉਹ ਅਵਿਨਾਸ਼ੀ ਹੈ, ਅਮਰ ਹੈ। ਹੁਣ ਹਰ ਵਕਤ ਇਸ ਚੀਜ਼ ਵੱਲ ਧਿਆਨ ਰੱਖਣਾ, ਨਿਧਿਆਸਨ, ਉਹਨੂੰ ਆਚਰਣ ਵਿੱਚ ਲਿਆਂਦੇ ਰਹਿਣਾ। ਆਚਰਣ ਵਿੱਚ ਅਸੀਂ ਕਿਸ ਤਰ੍ਹਾਂ ਲਿਆਵਾਂਗੇ, ਅਸੀਂ ਹਰ ਵਕਤ ਆਪਣੇ ਅੰਦਰ ਇਸ ਤਰ੍ਹਾਂ ਦੇ ਵਿਚਾਰ ਰੱਖਣੇ ਨੇ, ਇਸ ਤਰ੍ਹਾਂ ਦੀਆਂ ਅਗਰ ਅਸੀਂ ਦੇਖੀਏ ਕਿ ਮੂਵੀਜ਼ ਵੀ ਅੱਜ ਕੱਲ੍ਹ ਬਹੁਤ ਆ ਰਹੀਆਂ ਨੇ, ਇਸ ਤਰ੍ਹਾਂ ਦੇ ਬੁੱਕਸ ਆ ਰਹੇ ਨੇ, ਇਸ ਤਰ੍ਹਾਂ ਦੇ ਜਿਹੜੇ ਲੋਕੀ ਗਿਆਨ ਦੀ ਗੱਲ ਕਰ ਰਹੇ ਨੇ, ਤੇ ਅਸੀਂ ਉਹ ਚੀਜ਼ ਬਾਰ-ਬਾਰ ਆਪਣੇ ਅੰਦਰ ਉਹਨੂੰ ਉਤਾਰਨਾ ਹੈ ਕਿ ਇਹ ਜੀਵਨ ਇੱਕ ਨਾਟਕ ਹੈ।
ਅਸੀਂ ਇਸ ਨਾਟਕ ਵਿੱਚ ਇੱਕ ਰੋਲ ਪਲੇ ਕਰਨ ਆਏ ਹਾਂ, ਜਿਸ ਤਰ੍ਹਾਂ ਕੋਈ ਸਿਨੇਮਾ ਵਿੱਚ ਆਪਣਾ ਰੋਲ ਪਲੇ ਕਰਦਾ ਹੈ। ਤੇ ਇਹਨੂੰ ਸੀਰੀਅਸਲੀ ਲੈਣ ਦੀ ਲੋੜ ਨਹੀਂ ਹੈ ਕਿ ਇਹ ਅਗਰ ਬੰਦਾ ਮੇਰੀ ਜ਼ਿੰਦਗੀ 'ਚ ਚਲਾ ਗਿਆ ਤੇ ਮੈਂ ਮਰ ਜਾਵਾਂਗਾ, ਅਗਰ ਇਹ ਹੋ ਗਿਆ ਤਾਂ ਇਹਦੇ ਬਿਨਾਂ ਤਾਂ ਮੈਂ ਜੀ ਨਹੀਂ ਸਕਦਾ। ਤੇ ਅਸੀਂ ਉਸ ਨਾਟਕ ਨੂੰ ਸੀਰੀਅਸਲੀ ਸਮਝ ਲਿਆ ਤੇ ਅਸੀਂ ਹਰ ਵਕਤ ਆਪਣੇ ਅੰਦਰ ਇਸ ਚੀਜ਼ ਦਾ ਧਿਆਨ ਰੱਖਣਾ ਹੈ ਕਿ ਅਸੀਂ ਇੱਥੇ ਯਾਤਰੀ ਹਾਂ, ਇੱਥੇ ਸਾਡਾ ਆਪਣਾ ਕੁਝ ਵੀ ਨਹੀਂ ਹੈ ਔਰ ਅਸੀਂ ਛੋੜ ਕੇ ਹੀ ਜਾਣਾ। ਜੋ ਜੋ ਅਸੀਂ ਇਸ ਚੀਜ਼ ਵੱਲ ਧਿਆਨ ਰੱਖਾਂਗੇ, ਕਿਸੇ ਚੀਜ਼ ਵੱਲ ਸਾਡਾ ਬਹੁਤ ਮੋਹ ਹੈ, ਸਾਡੀ ਬਹੁਤ ਲਗਾਵ ਹੈ, ਤੇ ਅਸੀਂ ਠਹਿਰ ਕੇ ਥੋੜਾ ਆਪਣੇ ਮਨ ਨੂੰ ਸਮਝਾਈਏ ਕਿ ਨਹੀਂ ਇਹ ਛੋੜ ਕੇ ਚਲੇ ਜਾਣਾ। ਇਹ ਅਗਰ ਮੇਰਾ ਘਰ ਨਾਲ ਲਗਾਵੇ, ਇਹ ਛੋੜ ਕੇ ਚਲੇ ਜਾਣਾ। ਦਾਦੀ ਚਲੀ ਗਈ, ਦਾਦਾ ਚਲੇ ਗਏ, ਜਿਹੜੇ ਇੰਨੇ ਜਿਹੜੇ ਪੀੜ੍ਹੀਆਂ ਦੀਆਂ ਪੀੜ੍ਹੀਆਂ ਸਾਡੀਆਂ ਇਹ ਘਰ ਬਣਾ ਕੇ ਚਲੀਆਂ ਗਈਆਂ, ਤੇ ਮੈਂ ਵੀ ਚਲੇ ਜਾਣਾ। ਫਿਰ ਇੰਨਾ ਮੋਹ ਇਸ ਘਰ ਨਾਲ ਕਿਸ ਤਰ੍ਹਾਂ? ਤੇ ਉਹਨੂੰ ਚੀਜ਼ਾਂ ਨੂੰ ਅਸੀਂ ਛੋੜਨਾ ਵੀ ਸਿੱਖੀਏ। ਨਿਧਿਆਸਨ ਉਹਨਾਂ ਚੀਜ਼ਾਂ ਵੱਲ ਧਿਆਨ ਦਈਏ, ਉਹਨਾਂ ਤੇ ਕੰਮ ਕਰੀਏ ਤੇ ਆਪਣੇ ਆਪ ਹੀ ਅਸੀਂ ਸਮਾਧੀ ਸਥਿਤੀ 'ਚ ਪਹੁੰਚਣ ਲੱਗ ਜਾਵਾਂਗੇ। ਸਮਾਧੀ ਯਾਨੀ ਇਹ ਨਹੀਂ ਕਿ ਅੱਖਾਂ ਬੰਦ ਕਰਕੇ ਸਮਾਧੀ ਲਗਾ ਕੇ ਬੈਠ ਜਾਵਾਂਗੇ। ਸਮਾਧੀ ਮਤਲਬ ਸਾਨੂੰ ਹਰ ਸਮੱਸਿਆ ਦਾ ਸਮਾਧਾਨ ਮਿਲ ਜਾਏਗਾ, ਹਰ ਸਮੱਸਿਆ ਦਾ ਸਾਨੂੰ ਸਮਾਧਾਨ ਮਿਲ ਜਾਏਗਾ। ਜਿਹਨੂੰ ਸਾਰੀਆਂ ਸਮੱਸਿਆ ਦਾ ਸਮਾਧਾਨ ਮਿਲ ਗਿਆ, ਉਹ ਉੱਠਦੇ ਬੈਠਦੇ ਸਮਾਧੀ ਦੀ ਅਵਸਥਾ ਵਿੱਚ ਹੀ ਹੈ। ਸ਼ਰਵਣ ਦਾ ਮਹੱਤਵ ਕੀ ਹੈ ਕਿ ਸਾਨੂੰ ਪਤਾ ਲੱਗ ਜਾਂਦਾ ਹੈ ਸਹੀ ਕੀ ਹੈ, ਗਲਤ ਕੀ ਹੈ, ਕੀ ਕਰਨਾ ਹੈ, ਕੀ ਨਹੀਂ ਕਰਨਾ। ਇਹ ਜਿਹੜੀ ਗੱਲ ਕੀਤੀ, ਆਤਮਾ ਸत्य ਵੇ, ਬॉडी ਅਨਿत्य ਵੇ। ਜੋ ਜੋ ਅਸੀਂ ਇਸ ਚੀਜ਼ ਨੂੰ, ਅੰਕਪਤਰੀ ਜੀ ਨੇ ਸਾਨੂੰ ਬਾਰ-ਬਾਰ 40 ਸਾਲ ਇਹੀ ਸਮਝਾਉਂਦੇ ਰਹੇ ਕਿ ਮृत्यु तो है ही नहीं, जीवन एक उत्सव है, मृत्यु एक उत्सव है। सुनते 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 उस माहौल विच रहंदे रहंदे आज तुसी देख रहे हो कि हर एक छोटा ग्रुप भी अगर है ना, तो वो भी उन्हां दी डेथ नू सैलीब्रेट कर रहे। किस तरह होया? सुनते 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 उन्हां दी संगत करदे करदे उस माहौल विच रहंदे रहंदे वो ऑटोमैटिकली सानू रंग चढ़ गया उस चीज का। कोई भी पिरामिड मास्टर आज की तारीख विच सर नू जान तो लैके उदास जरूर होया, लेकिन दुखी नहीं होया, रोया नहीं। उन्हां दे परिवार ने भी इस चीज नू जिया है कि हाँ यह उत्सव है, ऐसा मोमेंट है, मैमोरेबल मोमेंट है, साडी मोमेंट दा, साडी लाइफ दा, जिन्हों असीं सैलीब्रेट करना है। लेकिन यह होया किस तरह? उन्हां कोलों सुनदे 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 मंदे मंदे उस चीज वाल बार बार साडा ध्यान लैके जांदे रहे ते ਉਹ ਸਾਡੇ ਆਚਰਣ ਵਿੱਚ ਆ ਗਈ। ਇਸ ਲਈ ਸੁਣਨ ਦਾ, ਮਨਨ ਦਾ ਔਰ ਧਿਆਨ ਉਸ ਚੀਜ਼ ਵੱਲ ਰੱਖਣ ਦਾ ਇੰਨਾ ਮਹੱਤਵ ਹੈ ਕਿ ਅਸੀਂ ਸਹੀ ਨਿਰਣੇ ਲੈ ਸਕਦੇ ਹਾਂ, ਸਹੀ ਸਮੇਂ ਤੇ ਸਹੀ ਨਿਰਣੇ ਲੈ ਸਕਦੇ ਹਾਂ ਕਿ ਕੀ ਠੀਕ ਹੈ, ਕੀ ਗਲਤ ਹੈ, ਔਰ ਉਹਦੇ ਤੇ ਅਸੀਂ ਅਮਲ ਕਰ ਸਕਦੇ ਹਾਂ। ਸਾਡਾ ਜਿਹੜਾ ਅਧਿਆਤਮਿਕ ਜਿਹੜਾ ਸਾਨੂੰ ਵੇਦਾਂ ਦੀ ਪਰਿਭਾਸ਼ਾ ਜਾਂ ਜੋ ਸਾਡੇ ਗ੍ਰੰਥ ਸਾਨੂੰ ਦੱਸਦੇ ਨੇ, 4 ਪੁਰਸ਼ਾਰਥ ਦੱਸੇ ਗਏ ਨੇ, ਧਰਮ, अर्थ, काम, मोक्ष। ਹੁਣ ਸਾਡਾ ਜਿਹੜਾ ਅਰਥ ਔਰ ਕਾਮਨਾਵਾਂ ਔਰ ਸਾਡਾ ਜਿਹੜਾ ਧਨ ਕਮਾਣਾ ਹੈ, ਉਹ ਧਰਮ ਦੇ ਆਸ-ਪਾਸ ਘੁੰਮਣਾ ਚਾਹੀਦਾ ਹੈ। ਜਿਸ ਤਰ੍ਹਾਂ ਤੁਸੀਂ ਦੇਖੋ, ਅਗਰ ਪੁਰਾਣੇ ਸਮੇਂ ਤੇ ਰਿਸ਼ੀ ਮੁਨੀ ਗਰਭ ਧਾਰਨ ਸੰਸਕਾਰ ਹੁੰਦਾ ਸੀ, ਯੱਗ ਕਰਦੇ ਸੀ, ਯਗੋਪਵੀਤ ਸੰਸਕਾਰ ਹੁੰਦਾ ਸੀ। ਹਰ ਇੱਕ ਚੀਜ਼ ਨੂੰ, ਜੀਵਨ ਦੇ ਹਰ ਇੱਕ ਪਹਿਲੂ ਨੂੰ ਉਹਨਾਂ ਨੇ ਧਰਮ ਨਾਲ ਜੋੜਿਆ। ਵਿਆਹ ਵੀ ਹੋਣਾ ਤੇ ਉਹ ਵੀ ਧਰਮ ਨਾਲ ਜੋੜਿਆ। ਔਰ ਇਹੀ ਚੀਜ਼ ਗੁਰਬਾਣੀ ਵਿੱਚ ਗੁਰੂਆਂ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਨਤਮਸਤਕ ਹੋ ਕੇ ਵਿਆਹ ਹੁੰਦਾ ਤੇ ਅਸੀਂ 4 ਲਾਵਾਂ ਲੈਣੇ ਆ। ਮਤਲਬ ਕਿ ਜਿਹੜਾ ਗੁਰੂ ਦਾ ਗਿਆਨ ਹੈ, ਗੁਰੂ ਹੈ, ਉਹ ਸਾਡੇ ਕੇਂਦਰ ਵਿੱਚ ਰਹੇਗਾ ਔਰ ਸਾਡਾ ਜੀਵਨ ਗੁਰੂ ਦੇ ਆਸ-ਪਾਸ, ਉਹਦੀ ਸਿੱਖਿਆ ਦੇ ਆਸ-ਪਾਸ ਘੁੰਮੇਗਾ। ਲੇਕਿਨ ਅਸੀਂ ਫੇਰੇ ਤੇ ਲੈ ਲੈਣੇ ਆ 4 ਔਰ ਧਰਮ ਸਾਡੀ ਜ਼ਿੰਦਗੀ ਚੋਂ ਨਿਕਲ ਜਾਂਦਾ, ਕਿਉਂਕਿ ਸਾਡੇ ਕੰਮ ਧਰਮ ਦੇ ਆਸ-ਪਾਸ ਘੁੰਮਦੇ ਹੀ ਨਹੀਂ। ਸਾਡੇ ਧਨ ਕਮਾਉਣ ਦਾ ਤਰੀਕਾ, ਸਾਡਾ ਕਾਮਨਾਵਾਂ, ਸਾਡੀਆਂ ਇੱਛਾਵਾਂ ਧਰਮ ਦੇ ਆਸ-ਪਾਸ ਘੁੰਮਣੀਆਂ ਚਾਹੀਦੀਆਂ। ਯਾਨੀ ਕਿ ਮੈਂ ਤੇ ਕਮਾ ਲਾਂ ਤੇ ਦੂਜੇ ਦਾ ਨੁਕਸਾਨ ਹੋ ਜਾਏ, ਮੇਰੇ ਤੇ ਘਰ ਪੀੜ੍ਹੀਆਂ ਤੱਕ ਧਨ ਇਕੱਠਾ ਹੋ ਜਾਏ, ਲੇਕਿਨ ਦੂਜਾ ਚਾਹੇ ਭੁੱਖਾ ਮਰ ਜਾਏ। ਮੰਨ ਲਓ ਕਿ ਇੱਕ ਕੰਪਨੀ ਹੈ, ਉਹਦੇ ਵਿੱਚ ਇੱਕ ਮਾਲਿਕ ਹੈ, ਉਹਦੇ 50 ਐਮਪਲਾਈ ਨੇ। ਉਹ ਮਾਲਿਕ ਦਾ ਧਨ ਇਕੱਠਾ ਕਰਦਾ ਰਵੇ ਔਰ ਕਿਸੇ ਐਮਪਲਾਈ ਦੇ ਸੁੱਖ ਦੁੱਖ ਵੱਲ ਧਿਆਨ ਹੀ ਨਾ ਦੇਵੇ, ਉਹਨਾਂ ਦਾ ਖੂਨ ਨਹੀਂ ਛੋੜਦਾ ਰਹੇ, ਉਹਨਾਂ ਦੇ ਪੈਸੇ ਕੱਟ ਕੇ, ਉਹਨਾਂ ਨੂੰ ਸਤਾ ਕੇ, ਤਾਂ ਕਿ ਆਪਣਾ ਤੇ ਘਰ ਭਰ ਲਿਆ, ਲੇਕਿਨ ਦੂਜੇ ਦਾ ਸੁੱਖ ਦੁੱਖ, ਦੂਜੇ ਦੀ ਮੁਸ਼ਕਿਲ ਨੂੰ ਦੇਖਿਆ ਹੀ ਨਹੀਂ, ਜਾਣਿਆ ਹੀ ਨਹੀਂ, ਉਹਨਾਂ ਨੂੰ ਮਤਲਬ ਇਮੋਸ਼ਨਲੀ ਕਸ਼ਟ ਦਿੱਤਾ। ਚਲੋ ਉਹਨਾਂ ਦੀ ਤੇ ਮਜਬੂਰੀ ਹੈ ਕਿ ਉਹਨਾਂ ਨੇ ਕੰਮ ਕਰਨਾ ਔਰ ਉਹਨਾਂ ਨੇ ਪੈਸੇ ਲੈਣੇ, ਘਰ ਦਾ ਗੁਜ਼ਾਰਾ ਕਰਨਾ, ਲੇਕਿਨ ਇੱਕ ਹੁੰਦਾ ਕਿ ਖੁਸ਼ੀ ਨਾਲ ਆਪਣਾ 100% ਦੇਣਾ। ਜੇ ਅਸੀਂ ਦੂਜਿਆਂ ਦੀ ਵੀ ਤਰੱਕੀ ਲਈ ਸੋਚਾਂਗੇ
ਤੇ ਸਾਡੀ ਤਰੱਕੀ ਆਪੇ ਹੀ ਹੋਏਗੀ। ਤੇ ਸਾਡਾ ਜਿਹੜਾ ਧਨ ਕਮਾਣਾ ਹੈ ਉਹ ਵੀ ਧਰਮ ਦੇ ਆਸ-ਪਾਸ ਹੋਣਾ ਚਾਹੀਦਾ। ਇਸ ਲਈ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਕਿਰਤ ਕਰ, ਇਹ ਨਹੀਂ ਕਿਹਾ ਕਿ ਦੂਜਿਆਂ ਦਾ ਹੱਕ ਲੁੱਟ ਕੇ ਖਾ ਲੈ। ਤੇ ਮਲਿਕ ਭਾਗੋ ਖਾ ਹੀ ਰਿਹਾ ਸੀ, ਲੇਕਿਨ ਉਹਨਾਂ ਨੇ ਮਲਿਕ ਭਾਗੋ ਦੇ ਘਰੋਂ ਭੋਜਨ ਗ੍ਰਹਿਣ ਨਹੀਂ ਕੀਤਾ, ਭਾਈ ਲਾਲੋ ਦੀ ਰੁੱਖੀ ਰੋਟੀ ਖਾਧੀ। ਹਮੇਸ਼ਾ ਗੁਰੂ ਸਾਨੂੰ ਆਪਣੇ ਆਚਰਣ ਨਾਲ ਸਿਖਾਉਂਦੇ ਨੇ, ਲੇਕਿਨ ਅਸੀਂ ਕਿਸੇ ਗਰੀਬ ਨੂੰ ਦੇਖਦੇ ਹਾਂ ਤਾਂ ਅਸੀਂ ਨੱਕ ਮੂੰਹ ਚੜਾ ਲੈਂਦੇ ਹਾਂ, ਔਰ ਕੋਈ ਅਮੀਰ ਸਾਨੂੰ ਬੁਲਾਏ ਤੇ ਅਸੀਂ ਚਲੇ ਜਾਂਦੇ ਹਾਂ। ਮੈਂ ਇੱਥੇ ਇੱਕ ਐਗਜ਼ਾਮਪਲ ਸ਼ੇਅਰ ਕਰਾਂ। ਇੱਕ ਮੈਡਮ ਬਹੁਤ ਸੀ ਮਾਸਟਰ ਸਾਡੇ ਜਿਹੜੇ 25 ਸਾਲ ਪੱਤਰੀਸਰ ਦੇ ਨਾਲ ਉਹਨਾਂ ਨੇ ਬਹੁਤ ਟਰੈਵਲ ਕੀਤਾ ਸ਼ੁਰੂ ਵਿੱਚ, ਤੇ ਉਹ ਪੱਤਰੀਸਰ ਨਾਲ ਇੱਕ ਪੱਤਰੀਸਰ ਤੇ ਗਾਂਵ ਜਾਂਦੇ ਸੀ, ਗਰੀਬ ਤੋਂ ਗਰੀਬ ਘਰ ਉੱਥੇ ਵੀ ਜਾਂਦੇ ਸੀ। ਤੇ ਉਹ ਇੱਕ ਜਗ੍ਹਾ ਗਏ ਤੇ ਉਹਨਾਂ ਦੇ ਘਰ ਇੱਕ ਬਸ ਕੱਚਾ ਜਿਹਾ ਘਰ ਹੈ ਔਰ ਇੱਕ ਮੰਜਾ ਹੈ ਔਰ ਬਸ ਹੋਰ ਕੁਛ ਨਹੀਂ, ਇੱਕ ਚਟਾਈ ਹੈ ਔਰ 2-4 ਭਾਂਡੇ ਨੇ। ਉਹਨਾਂ ਦੇ ਘਰ ਪਤਰੀ ਜੀ ਗਏ, ਉਹਨਾਂ ਨੇ ਚਾਹ ਬਣਾਈ। ਹੁਣ ਐਸੀ ਚੌਪੜੀ, ਐਸਾ ਘਰ ਹੈ ਤੇ ਗਲਾਸ ਵੀ ਕਿਸ ਤਰ੍ਹਾਂ ਦੇ ਹੋਣਗੇ, ਸਾਫ ਇੰਨੇ ਵਧੀਆ ਭਾਂਡੇ ਵੀ ਨਹੀਂ ਹੋਣਗੇ, ਔਰ पंखा भी नहीं है, चारों पासे मक्खियां भिन आ रही ने। ते ਉਹ ਜਿਹੜੇ ਮੈਡਮ ਸੀ ਉਹ ਡਾਇਮੰਡ ਮਰਚੈਂਟ ਸੀ, ਮਤਲਬ ਬਹੁਤ ਹੀ ਰਿਚ ਫੈਮਿਲੀ ਤੋਂ ਸੀ। ਹੁਣ ਉਹਨਾਂ ਦੇ ਮਨ 'ਚ ਜੋ ਚੱਲ ਰਿਹਾ ਪਤਰੀ ਸਰ ਨੂੰ ਤਾਂ ਪਤਾ ਚੱਲ ਹੀ ਰਿਹਾ ਕਿ ਇੱਥੇ ਹੁਣ ਮੈਂ ਇਸ ਗਿਲਾਸ ਵਿੱਚ ਚਾਹ ਕਿਸ ਤਰ੍ਹਾਂ ਪੀਆਂ, ਔਰ ਉਹ ਚੱਪਲ ਪਾ ਕੇ ਅੰਦਰ ਆ ਗਏ। ਔਰ ਪਤਰੀ ਸਰ ਦੀ ਇੱਕ ਇਹ ਅਸੂਲ ਹੈ, ਸਾਊਥ ਵੀ ਸਭ ਦਾ ਹੀ ਹੈ, ਲੇਕਿਨ ਪਤਰੀ ਸਰ ਤੇ ਬਿਲਕੁਲ ਕਿਸੇ ਦੇ ਘਰ ਦੇ ਅੰਦਰ ਚੱਪਲ ਪਾ ਕੇ ਨਹੀਂ ਜਾਂਦੇ ਸੀ। ਚੱਪਲ ਉਹਨਾਂ ਨੇ ਬਾਹਰ ਹੀ ਉਤਾਰਨੀ, ਘਰ ਦੇ ਅੰਦਰ ਲੈ ਕੇ ਹੀ ਨਹੀਂ ਜਾਣੀ। और उन्होंने मैडम ने किया कि ये चप्पल बाहर उतार के आओ, आपको पता नहीं चल रहा। मैडम उठे, चप्पल बाहर उतार के आए। और जिस वेले चाह का गिलास उन्होंने पकड़ाया ते उन्होंने मन बहुत अजीब सा लगा मैडम नूं, ते पतरी सर ने उन्होंने किया गिलास को मत देखो, चाय को मत देखो, जो नहीं दिखाई दे रहा उसे देखो, इनके प्रेम को देखो और चाय पी लो। और पतरी सर ने चाह पीती, उन्होंने चाह पीती। ਹੁਣ ਅਗਰ ਅਸੀਂ ਸੰਸਾਰੀ ਹਿਸਾਬ ਨਾਲ ਦੇਖੀਏ ਤੇ ਅਸੀਂ ਕਹਾਂਗੇ ਜੀ ਹਾਈਜੀਨਿਕ ਨਹੀਂ, ਅਸੀਂ ਕਿਸ ਤਰ੍ਹਾਂ ਪੀ ਸਕਦੇ ਹਾਂ, ਕਿਉਂਕਿ ਸਾਡੀ ਦ੍ਰਿਸ਼ਟੀ ਹੋਈ ਹੈ ਦੋਸ਼ ਦ੍ਰਿਸ਼ਟੀ, ਦੂਰ ਦ੍ਰਿਸ਼ਟੀ ਤੇ ਸਾਨੂੰ ਹੈ ਹੀ ਨਹੀਂ ਕਿ ਅਗਰ ਅਸੀਂ ਪਤਰੀਸਰ ਦੇ ਨਾਲ ਗਏ ਆ ਤੇ ਫਿਰ ਸਾਨੂੰ ਸੋਚ ਦੀ ਲੋੜ ਹੀ ਨਹੀਂ ਹੈ, ਫਿਰ ਤੇ ਸਾਨੂੰ ਦਿਵਯ ਦ੍ਰਿਸ਼ਟੀ ਦੀ ਲੋੜ ਹੀ ਨਹੀਂ ਹੈ, ਕਿਉਂਕਿ ਜਿਹਦੀ ਦਿਵਯ ਦ੍ਰਿਸ਼ਟੀ ਉਹ ਤੇ ਸਾਡੇ ਨਾਲ ਹੈ। और मैं एक बार पतरीसर नाल गई और ਉਹ ਮੈਂ ਦੇਖਿਆ ਕਿ ਅਗਰ 10 ਚੀਜ਼ਾਂ ਖਾਣੇ ਦੀਆਂ ਬਣੀਆਂ ਹੋਈਆਂ ਨੇ ਟੇਬਲ ਤੇ ਉਹ ਵਿੱਚੋਂ ਕੋਈ ਸਾਰੀਆਂ ਚੀਜ਼ਾਂ ਦੇਖ ਕੇ ਇੱਕ ਚੀਜ਼ ਲੈਂਦੇ ਸੀ ਔਰ ਫਿਰ ਉਹ ਖਾਣਾ ਖਾਂਦੇ ਸੀ। ਔਰ ਸਾਨੂੰ ਆਦਤ ਹੁੰਦੀ ਕਿ ਇਹਦਾ ਵੀ ਸਵਾਦ ਦੇਖ ਲਈ, ਇਹਦਾ ਵੀ ਦੇਖ ਲਈ, ਇਹ ਵੀ ਦੇਖ ਲਈ, ਨਵੀਂ ਚੀਜ਼ ਹੈ, ਸਾਰੀ ਪਲੇਟ ਭਰ ਲਈ ਔਰ ਫਿਰ ਬਾਅਦ ਚੋਂ ਪਤਾ ਚੱਲਿਆ ਇਹ ਵੀ ਸਵਾਦ ਨਹੀਂ, ਉਹ ਵੀ ਤੇ ਸਾਰਾ ਝੂਠਾ ਛੋੜ ਦਿੱਤਾ। ਤੇ ਮੈਂ ਪਤਰੀਸਰ ਨੂੰ ਕਿਹਾ, ਮੈਂ ਕਿਹਾ ਸਰ ਸਾਡਾ ਤੇ ਲਾਲਚ ਆ ਜਾਂਦਾ ਕਿ ਅਸੀਂ ਇਹ ਵੀ ਸਵਾਦ ਦੇਖ ਲਈਏ, ਇਹ ਵੀ ਸਵਾਦ ਦੇਖ ਲਈਏ, ਔਰ ਮੈਂ ਦੇਖਿਆ ਤੁਸੀਂ ਕਿਸੇ ਚੀਜ਼ ਨੂੰ ਛੂਇਆ ਹੀ ਨਹੀਂ और तुसी सिर्फ एक चीज ली और ओदे नाल तुसी खा लिया। ते हसन लागे, कह रहे आप बहुत ध्यान रखते हो इन चीजों का। मैं कहा नहीं सर, ये तो दिख रहा है सामने सामने। मैं कहा मुझे लालच आ जाता है, मैंने लालच आ जाता है कि मैं स्वाद ते देख ला, इन्होंने नवी चीज बनाई है तो मैं कभी खाधी नहीं है, तो नवी चीज है मैं स्वाद देख ला। ते पतरी सर कहने लगे कि नहीं, मैं मास्टर्स को पूछना कि इन्हां 10 चीजों चों मैनूं की खाना चाहिए, मेरे लायक की है, और जेड़ा मैनूं कहंदे मैं ओही खाना। ਤੇ ਮੈਂ ਕਿਹਾ ਮੈਨੂੰ ਤੇ ਮਾਸਟਰਸ ਮੈਨੂੰ ਕਿਸ ਤਰ੍ਹਾਂ ਦੱਸਣਗੇ, ਮੈਨੂੰ ਕਿਸ ਤਰ੍ਹਾਂ ਆਪਣੇ ਤੋਂ ਪਤਾ ਚੱਲੇਗਾ ਕਿ ਕੀ ਖਾਣਾ ਚਾਹੀਦਾ ਕੀ ਨਹੀਂ ਖਾਣਾ ਚਾਹੀਦਾ, ਸਾਨੂੰ ਤੇ ਲਾਲਚ ਆ ਜਾਂਦਾ ਹੈ। ਤੇ ਪਤਰੀ ਜੀ ਨੇ ਮੈਨੂੰ ਕਿਹਾ जब तक आप मेरे साथ हो, आप मेरी प्लेट देखकर खाओ कि मैं क्या खा रहा हूँ, आपको ज्यादा दिमाग लगाने की जरूरत नहीं है। दूर दृष्टि दिव्य दृष्टि होए जिहदे कोल ਉਹ ਤੁਰੰਤ ਉਹਨੂੰ ਉਸੇ ਟਾਈਮ ਪਤਾ ਲੱਗ ਜਾਂਦਾ ਕਿ ਮੈਂ ਕੀ ਕਰਨਾ ਕੀ ਨਹੀਂ ਕਰਨਾ, ਔਰ ਹਿਊਮਨ ਵੈਲਿਊਜ਼ ਕੀ ਨੇ। ਧਰਮ ਦੇ ਧਰਮ ਅਨੁਸਾਰ ਅਗਰ ਅਸੀਂ ਆਚਰਣ ਕਰਾਂਗੇ ਤਾਂ ਮੋਕਸ਼ ਮੰਗਣ ਦੀ ਜ਼ਰੂਰਤ ਨਹੀਂ ਹੈ, ਮੋਕਸ਼ ਤੇ ਮਿਲਿਆ ਹੀ ਹੋਇਆ, ਮਿਲ ਹੀ ਜਾਏਗਾ। ਲੇਕਿਨ ਆਚਰਣ ਅਸੀਂ ਅਗਰ ਧਰਮ ਅਨੁਸਾਰ ਨਹੀਂ ਕਰ ਰਹੇ ਔਰ ਅਸੀਂ ਅਰਦਾਸਾਂ ਕਰ ਰਹੇ ਕਿ ਸਾਨੂੰ ਜੀਵਨ ਮੁਕਤੀ ਮਿਲ ਜਾਏ, ਮੋਕਸ਼ ਮਿਲ ਜਾਏ, ਤਾਂ ਹੋ ਨਹੀਂ ਸਕਦਾ। ਹਿਊਮਨ ਵੈਲਿਊਜ਼ ਕੀ ਨੇ, ਪ੍ਰਿੰਸੀਪਲਸ ਕੀ ਨੇ, ਹਰ ਇੱਕ ਜੀਵਨ ਦੇ ਪਹਿਲੂ ਨੂੰ ਸਾਡੇ ਰਿਸ਼ੀ ਮੁਨੀ ਗੁਰੂਆਂ ਸੰਤਾਂ ਨੇ ਧਰਮ ਨਾਲ ਜੋੜਿਆ। अगर ਤੁਹਾਨੂੰ याद होए कि दसम पिता जिस वेले गए सी नंदेड़ वाली साइड महाराष्ट्र, और उस वेले उन्होंने उत्थे ਉਹ ਬੰਦਾ ਬਹਾਦਰ ਕੋਲ ਜਿਸ ਵੇਲੇ ਗਏ, ਉਹਦਾ ਨਾਮ ਤੇ ਮਾਧੋਦਾਸ ਵੈਰਾਗੀ ਸੀ, ਲੇਕਿਨ ਜਿਸ ਵੇਲੇ ਉਹ ਦਸਮ ਪਿਤਾ ਦੇ ਉਹਨੇ ਦਰਸ਼ਨ ਕੀਤੇ ਤੇ ਗੁਰੂ ਜੀ ਨੇ ਉਹਨੂੰ ਪੁੱਛਿਆ ਕਿ ਵੀ ਤੂੰ ਕੌਣ ਹੈ, ਤੇ ਉਹਨੇ ਕਿਹਾ ਬੰਦਾ। ਉਹਦਾ ਨਾਮ ਬੰਦਾ ਨਹੀਂ ਹੈ, ਲੇਕਿਨ ਉਸ ਵੇਲੇ ਆਤਮਾ ਤੋਂ ਹੀ ਨਿਕਲ ਗਿਆ ਬੰਦਾ, ਤੇ ਗੁਰੂ ਸਾਹਿਬ ਨੇ ਉਹਨੂੰ ਕਿਹਾ ਬੰਦਾ ਹੈ ਤੇ ਬੰਦਿਆਂ ਵਾਲੇ ਕੰਮ ਕਰ।
मतलब एक इंसान होने ਦੇ ਨਾਤੇ ਸਾਡਾ ਜੀਵਨ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ, ਇਨਸਾਨੀਅਤ ਸਾਡੇ ਅੰਦਰ ਹੋਣੀ ਚਾਹੀਦੀ ਹੈ ਤੇ ਤਾਂ ਹੀ ਅਸੀਂ ਅੱਗੇ ਚੱਲ ਸਕਨੇ ਆ। ਔਰ ਥਿੰਕ ਬਿਫੋਰ ਯੂ ਥਿੰਕ, ਪਤਰੀ ਜੀ ਕਹਿੰਦੇ ਸੋਚਣ ਤੋਂ ਪਹਿਲੇ ਵੀ ਸੋਚੋ। ਉਹਨੇ ਬਹੁਤ ਹੈਰਾਨੀ ਦੀ ਗੱਲ ਹੈ ਕਿ ਸੋਚਣ ਤੋਂ ਪਹਿਲੇ ਕਿਸ ਤਰ੍ਹਾਂ ਸੋਚੀਏ, ਸੋਚਤਾ ਹੀ ਰਹੀਏ, ਲੇਕਿਨ ਜਿਸ ਵੇਲੇ ਅਸੀਂ ਗ੍ਰੰਥਾਂ ਦਾ ਅਧਿਐਨ ਕਰਾਂਗੇ, ਸਵਾਧਿਆय ਕਰਾਂਗੇ ਤੇ ਸਾਨੂੰ ਪਤਾ ਚੱਲੇਗਾ ਸੋਚਣ ਤੋਂ ਪਹਿਲੇ ਕਿਸ ਤਰ੍ਹਾਂ ਸੋਚਣਾ ਹੈ। ਜਿਸ ਤਰ੍ਹਾਂ ਮੰਨ ਲਓ ਕਿ ਹੁਣ ਕਿਸੇ ਦੇ ਬਾਰੇ ਚ ਗਲਤ ਸੋਚ ਰਹੇ ਆ, ਉਸੇ ਟਾਈਮ ਨੂੰ ਕੱਟ ਦੇਾਂਗੇ ਕਿ ਵੀ ਨਹੀਂ ਅਸੀਂ ਗਲਤ ਨਹੀਂ ਸੋਚ, ਅਸੀਂ ਆਪਣੀ ਸੋਚ ਨੂੰ ਬਦਲਾਂਗੇ ਕਿ ਨਹੀਂ ਗਲਤ ਨਹੀਂ ਸੋਚਣਾ। ਤੇ ਇਹਦਾ ਮਤਲਬ ਸੋਚਣ ਤੋਂ ਪਹਿਲੇ ਹੀ ਮੈਨੂੰ ਸੋਚ ਆ ਗਈ ਕਿ ਇਹ ਗਲਤ ਹੈ, ਇਹਨੂੰ ਬਦਲਣਾ, ਇਹਨੂੰ ਨਹੀਂ ਸੋਚਣਾ। ਔਰ ਜਿਸ ਵੇਲੇ ਅਸੀਂ ਹੌਲੀ ਹੌਲੀ ਇਸ ਚੀਜ਼ ਦੀ ਪ੍ਰੈਕਟਿਸ ਕਰਾਂਗੇ ਸਾਨੂੰ ਸਹੀ ਹੀ ਵਿਚਾਰ ਆਣਗੇ, ਗਲਤ ਵਿਚਾਰ ਆਪਣੇ ਆਪ ਹੀ ਘਟਦੇ ਜਾਣਗੇ। ਜੋ ਅਸੀਂ ਬਾਰ-ਬਾਰ ਸੋਚਨੇ ਆ ਉਹੀ ਸਾਡੀ ਆਦਤ ਬਣ ਜਾਂਦੀ ਹੈ। ਔਰ ਅੱਛੀ ਸੋਚ, अच्छा जीवन जेड़ा है वो कोई एक्शन नहीं है, कोई एक्ट नहीं है कि असी अच्छा सोच के करना ही है। वो हौली हौली करदे करदे साडी आदत बन जाती है और साडे कोलों अपने आप सब कुछ सही ही होने लग जाता है, क्योंकि असी बार बार जिस चीज की प्रैक्टिस करने आ वही साडी आदत बन जाती है। अगर असी झूठ बोलने की बार बार प्रैक्टिस कर रहे हैं तो झूठ बोलना साडी आदत बन जाएगी। लेकिन अगर असी अवेयर होकर सच बोलने लई सच बोल रहे हैं ते वो सच बोलना, फिर सानू सोचना नहीं पड़ेगा कि मैं सच बोलना है, साडे मुंह सच ही निकलेगा। अगर साडी किसी दा भला करन दी आदत बन गई बार बार करदे करदे ते साडे कोलों किसी दा बुरा होएगा ही नहीं, ਅਸੀਂ ਭਲਾ ਹੀ ਕਰਾਂਗੇ। क्योंकि हुण ਉਹ ਭਲਾਈ करना सानू सोचना नहीं पैंदा ਉਹਦੇ ਲਈ, ਉਹ ਹੁਣ ਸਾਡੀ आदत बन गई है। और जब तक वो साडी आदत ना बने तब तक ਅਸੀਂ ਅਵੇਅਰਨੈਸ ਨਾਲ ਪ੍ਰੈਕਟਿਸ ਕਰਦੇ ਹੀ ਰਹਿਣਾ ਹੈ, ताकि ਉਹ ਚੀਜ਼ਾਂ ਸਾਡੇ ਆਚਰਣ ਵਿੱਚ ਆਣ। ਔਰ ਜਿਸ ਵੇਲੇ ਉਹ ਚੀਜ਼ਾਂ ਸਾਡੇ ਆਚਰਣ ਵਿੱਚ ਆ ਜਾਣਗੀਆਂ ਤੇ ਸਾਨੂੰ ਆਪਣੇ ਆਪ ਹੀ ਸਮਝ ਆਣ ਲੱਗ ਜਾਏਗੀ ਕਿ ਮੇਰਾ ਜੀਵਨ ਕਿਸ ਪਾਸੇ ਜਾ ਰਿਹਾ ਹੈ, ਕਿਉਂਕਿ ਜੋ ਸਾਡੇ ਮਨ ਦੇ ਅੰਦਰ ਜਾਏਗਾ ਉਹੀ ਬਾਹਰ ਨਿਕਲੇਗਾ। ਅਗਰ ਕਚਰਾ ਅੰਦਰ ਜਾ ਰਿਹਾ, ਅਸੀਂ ਸਾਰੇ ਪਾਸੋਂ ਨੈਗੇਟਿਵਿਟੀ ਇਕੱਠੀ ਕਰ ਰਹੇ ਹਾਂ ਤੇ ਫਿਰ ਅਸੀਂ पॉजिटिव सोच नहीं सकते, साडा जीवन पॉजिटिव हो नहीं सकता। अगर तुसी अपना जीवन मिरेकलस बनाना चाहते हो तो अपनी सोच पे नियंत्रण करना पएगा, सोच नु बार बार बदलना पएगा, अपने पैटर्न चेंज करने पैणगे। एक छोटी जी एक्सरसाइज करके सैशन असी फिनिश करने। हुण देखो सानू आदत पई है कि असी हुण अगर पढ़िए असी येलो ही पढ़ांगे, लेकिन अज असी ये कुछ हट के करने आ अपनी आदत ਨੂੰ ਬਦਲਣ ਲਈ। ਔਰ ਇਹ ਇੱਕ ਐਕਸਪੈਰੀਮੈਂਟ ਹੈ, ਤੁਸੀਂ ਆਪਣੀ ਆਦਤ ਨੂੰ ਬਦਲਣ ਲਈ ਹਰ ਦਿਨ ਜਿਹੜੇ ਤੁਸੀਂ ਰੂਟੀਨ ਦੇ ਕੰਮ ਕਰ ਰਹੇ ਹੋ ਉਹਨਾਂ ਨੂੰ ਅਲੱਗ ਢੰਗ ਨਾਲ ਕਰਨਾ ਥੋੜਾ ਥੋੜਾ ਸ਼ੁਰੂ ਕਰੋਗੇ, ਤੁਹਾਨੂੰ ਪਤਾ ਚੱਲੇਗਾ ਉਹ ਪੁਰਾਣੀਆਂ ਆਦਤਾਂ ਨੂੰ ਬਦਲਣਾ ਤੁਹਾਡੇ ਲਈ ਆਸਾਨ ਹੋ ਜਾਏਗਾ। ਜਿਸ ਤਰ੍ਹਾਂ ਹੁਣ ਲਿਖਿਆ ਹੈ, ਲੇਕਿਨ ਜੋ ਲਿਖਿਆ ਉਹ ਨਹੀਂ ਪੜਨਾ, ਜਿਸ ਕਲਰ ਨਾਲ ਲਿਖਿਆ ਉਹ ਕਲਰ ਪੜਨਾ, ਜਿਸ ਕਲਰ ਨਾਲ ਉਹ ਲਿਖਿਆ ਉਹ ਕਲਰ ਪੜਨਾ। ਇੱਥੇ ਮੈਂ ਅਨਮਿਊਟ ਕਰ ਰਹੀ ਹਾਂ ਸੁਰਜੀਤ ਜੀ ਤੁਹਾਨੂੰ, ਔਰ ਲਵਲੀ ਮੈਡਮ ਤੁਹਾਨੂੰ ਅਨਮਿਊਟ ਕਰੋ ਆਪਣੇ ਆਪ ਨੂੰ, ਔਰ ਗਗਨਦੀਪ ਮੈਡਮ ਤੁਸੀਂ ਵੀ ਅਨਮਿਊਟ ਕਰ ਲਓ ਆਪਣੇ ਆਪ ਨੂੰ। ਚਲੋ ਤੁਸੀਂ ਹਾਂਜੀ ਉਹ ਆਈ ਥਿੰਕ ਅਨਮਿਊਟ ਨਹੀਂ ਹੈ ਨੇ, ਮਿਊਟ ਹੀ ਨੇ ਤੁਸੀਂ। ਚਲੋ ਤੁਸੀਂ ਪੜੋ। ਜੇ ਮੈਂ ਆਪਣੀ ਆਦਤ ਹਟਾ ਕੇ ਪੜਾਂ ਤੇ ਜੇ ਮੈਂ ਉਹ ਲਫ਼ਜ਼ ਨਾ ਪੜਾਂ ਤੇ ਮੈਂ ਕਲਰ ਹੀ ਪੜਾਂ ਤੇ ਪਹਿਲਾ ਇਜ਼ ग्रीन कलर है, दूसरा रेड, येलो, ब्लू, ये वायलेट, ग्रीन, ये भी ब्लू कलर, ब्लैक, yellow is yellow, and blue, oranges, then red, green, yellow, blue, green is green and red. ਹੁਣ ਤੁਸੀਂ ਜੋ ਲਿਖਿਆ ਉਹ ਪੜੋ। हाँ, yellow, blue, orange, black, red, green, purple, yellow, red, orange, green, blue, red, purple, green, black.
ਤੁਹਾਨੂੰ ਦੋਨਾਂ 'ਚ ਫਰਕ ਪਤਾ ਚੱਲਿਆ? ਹਾਂ, ਉਹ ਪਹਿਲੇ ਮੈਂ ਧਿਆਨ ਦੇ ਰਿਹਾ ਸੀ ਉਹਦੇ ਰੰਗ ਦੇ ਉੱਤੇ, ਦੂਸਰੀ ਵਾਰੀ ਧਿਆਨ ਦਿੱਤਾ ਉਹਦੇ ਲਫ਼ਜ਼ਾਂ ਦੇ ਉੱਤੇ। ਕਿਉਂਕਿ ਉਹ ਸਾਨੂੰ ਪ੍ਰੈਕਟਿਸ ਹੈ ਲਫ਼ਜ਼ ਪੜਨ ਦੀ। ਹਾਂ, ਔਰ ਜੇ ਅਸੀਂ ਕਲਰ ਪੜਨਾ ਹੈ ਤੇ ਸਾਨੂੰ ਬਹੁਤ ਸੋਚ ਕੇ ਅਵੇਅਰ, ਫਿਰ ਵੀ ਦੋ ਗਲਤੀਆਂ ਹੋ ਹਾਂ, ਗਈਆਂ ਹਾਂ, ਤੇ ਕਿਉਂਕਿ ਅਸੀਂ ਉਹ ਪੈਟਰਨ ਨੂੰ ਚੇਂਜ ਕਰ ਰਹੇ ਹਾਂ ਨਾ। ਜੀ ਜੀ, ਇੱਕ ਸੈੱਟ ਪੈਟਰਨ ਹੈ, ਯੈਲੋ ਬਲੂ ਔਰੇਂਜ ਬਲੈਕ ਗ੍ਰੀਨ, ਫਟਾਫਟ ਤੁਸੀਂ ਪੜ ਜਾਓਗੇ। ਪੜ ਜਾਓ। ਲੇਕਿਨ ਅਗਰ ਤੁਹਾਨੂੰ ਕਲਰ ਪੜਨਾ ਪਏਗਾ, ਤੁਹਾਨੂੰ ਹਾਂ। ਬਹੁਤ ਅਵੇਅਰਨੈਸ ਨਾਲ ਸੋਚ ਕੇ ਤੁਹਾਨੂੰ ਸਮੇਂ ਲੱਗੇਗਾ, ਯੈਸ, ਕਿਉਂਕਿ ਉਹ ਪੈਟਰਨ ਨੂੰ ਚੇਂਜ ਕਰ ਰਹੇ ਹਾਂ ਅਸੀਂ। ਐਸੇ ਜੀ, ਤਰ੍ਹਾਂ ਹੁਣ ਮੈਂ ਇੱਕ ਛੋਟੀ ਜਿਹੀ ਗੱਲ ਤੁਹਾਨੂੰ ਦੱਸਾਂ ਕਿ ਮੈਂ ਆਪਣੀ ਕਿਚਨ ਦਾ ਜਿਹੜਾ ਬਿਜਲੀ ਦਾ ਬੋਰਡ ਹੈ ਉਹਦੇ 'ਚ ਕੁਝ ਖਰਾਬੀ ਆਈ ਤੇ ਉਹਨੂੰ ਚੇਂਜ ਕਰਾਇਆ। ਉਹ ਬਿਜਲੀ ਵਾਲੇ ਨੇ ਕੀ ਕੀਤਾ, ਜਿਹੜਾ ਬੈਲ ਦਾ, ਪਾਣੀ ਦੀ ਬੈਲ ਦਾ ਬਟਨ ਸੀ ਔਰ ਜਿਹੜਾ ਐਗਜ਼ੌਸਟ ਦਾ ਬਟਨ ਸੀ, ਉਹ ਐਕਸਚੇਂਜ ਹੋ ਗਏ। ਮਤਲਬ 3 ਨੰਬਰ ਦਾ 4 ਤੇ ਕਰਤਾ, 4 ਦਾ 3 ਤੇ ਕਰਤਾ। ਅੱਛਾ, ਹੁਣ ਇੰਨੇ ਸਾਲਾਂ ਤੋਂ ਆਦਤ ਹੈ ਕਿ ਬਸ ਅੱਖਾਂ ਬੰਦ ਜਾ ਕੇ ਮੋਟਰ ਚਲਾਈ ਔਰ ਉਹ 3 ਨੰਬਰ ਦਾ ਬਟਨ ਦਬਾਤਾ ਕਿ ਬੈਲ ਦਾ ਬਟਨ ਹੈ। ਹੁਣ ਉਹਨੇ ਉਹ ਬਟਨ ਕਰਤਾ 4 ਨੰਬਰ ਦਾ। 4 ਮਹੀਨੇ ਹੋ ਗਏ ਨੇ ਮੈਂ ਰੱਟਦੇ ਹੋਏ ਜਾਂਦੀ ਹਾਂ ਕਿ ਮੈਂ ਅੱਜ 4 ਨੰਬਰ ਦਾ ਹੀ ਦਬਾਣਾ, ਔਰ ਕਿਚਨ ਵਿੱਚ ਜਾ ਕੇ 3 ਨੰਬਰ ਦਬਿਆ ਜਾਂਦਾ। ਔਰ ਮੈਨੂੰ ਇੰਨੀ ਆਪਣੇ ਆਪ ਤੇ ਹੱਸੀ ਆਉਂਦੀ ਕਿ ਇੱਕ ਛੋਟੀ ਜਿਹੀ ਚੀਜ਼ ਬਦਲਣ ਲਈ ਮੈਨੂੰ ਕਿੰਨਾ ਸਮੇਂ ਲੱਗ ਰਿਹਾ। ਤੇ ਜਿਹੜੀਆਂ ਆਦਤਾਂ ਸਾਡੀਆਂ ਜਨਮ ਤੋਂ ਪੱਕੀਆਂ ਹੋ ਗਈਆਂ ਨੇ, ਜੀ, ਉਹਨਾਂ ਨੂੰ ਬਦਲਣ ਲਈ ਕਿੰਨੀ ਅਵੇਅਰਨੈਸ ਔਰ ਕਿੰਨਾ ਸਮੇਂ ਚਾਹੀਦਾ ਸਾਨੂੰ। ਇਸ ਲਈ ਬਾਰ-ਬਾਰ ਇਹਨਾਂ ਗੱਲਾਂ ਨੂੰ ਸੁਣਨਾ ਹੈ, ਇਹਨਾਂ ਤੇ ਧਿਆਨ ਦੇਣਾ ਹੈ, ਤਾਂ ਕਿ ਅਸੀਂ ਆਪਣੇ ਆਪ ਤੇ ਕੰਮ ਕਰ ਸਕੀਏ। ਕਿਉਂਕਿ ਜਦ ਤੱਕ ਆਪਣੇ ਆਪ ਤੇ ਕੰਮ ਨਹੀਂ ਕਰਾਂਗੇ, ਸੁਣਨੇ ਨਾਲ ਫਰਕ ਪਏਗਾ ਲੇਕਿਨ ਉਹ ਬਹੁਤ ਸਮੇਂ ਲਏਗਾ। ਤੇ ਜੇ ਅਵੇਅਰਨੈਸ ਨਾਲ ਜਾਗਰੂਕ ਹੋ ਕੇ ਆਪਣੇ ਆਪ ਤੇ ਕੰਮ ਕਰਾਂਗੇ ਤੇ ਕੰਮ ਕਰਨਾ ਥੋੜਾ ਸੌਖਾ ਹੋ ਜਾਏਗਾ। ਤੇ ਇਸ ਲਈ ਅਸੀਂ ਇਹਨਾਂ ਚੀਜ਼ਾਂ ਨੂੰ ਜੀਵਨ 'ਚ ਉਤਾਰੀਏ। ਔਰ ਉਹੀ ਹੁੰਦਾ ਕਿ ਚਾਹੇ ਤੁਸੀਂ ਸਫ਼ਰ ਕਰ ਰਹੇ ਹੋ ਤੇ ਤੁਸੀਂ ਬੱਸ ਤੇ ਵੀ ਜਾ ਸਕਦੇ ਹੋ, ਟ੍ਰੇਨ ਤੇ ਵੀ ਜਾ ਸਕਦੇ ਹੋ, ਫਲਾਈਟ ਤੇ ਵੀ ਜਾ ਸਕਦੇ ਹੋ। ਔਰ ਅਗਰ ਅਸੀਂ ਅਫੋਰਡ ਕਰ ਸਕਦੇ ਹਾਂ ਮਨੀ ਵਾਈਜ਼, ਤੇ ਅਸੀਂ ਫਲਾਈਟ ਤੇ ਹੀ ਜਾਣਾ ਪਸੰਦ ਕਰਨੇ, ਕਿਉਂਕਿ ਟਾਈਮ ਬਹੁਤ ਬਚ ਜਾਂਦਾ ਹੈ। ਅੱਜ ਅਸੀਂ ਸਾਡੇ ਜੀਵਨ 'ਚ ਧਿਆਨ ਆ ਗਿਆ, ਸਵਾਦੇ ਆ ਗਏ, ਸੱਜਣ ਸੰਗਤ ਤੇ ਆ ਗਿਆ, ਮਤਲਬ ਇੰਨੀ ਸਾਨੂੰ એનર્ਜੀ ਮਿਲ ਰਹੀ ਹੈ ਤੇ ਅਸੀਂ ਅੱਜ ਅਫੋਰਡ ਕਰ ਸਕਦੇ ਹਾਂ ਕਿ ਅਸੀਂ ਆਪਣੀ ਜਰਨੀ ਜਿਹੜੀ ਉਹ ਫਲਾਈਟ ਤੇ, ਰਾਕਟ ਤੇ ਚਲੇ ਜਾਈਏ, ਰਾਕਟ ਦੀ ਸਪੀਡ ਨਾਲ ਚਲੇ ਜਾਈਏ। ਅਸੀਂ ਅੱਜ ਇਹ ਚੀਜ਼ ਨੂੰ ਅਫੋਰਡ ਕਰ ਸਕਦੇ ਹਾਂ। ਜਿਹਦੇ ਜੀਵਨ 'ਚ ਧਿਆਨ ਨਹੀਂ ਆਇਆ, ਸਵਾਦੇ ਨਹੀਂ ਆਇਆ, ਸੱਜਣ ਸੰਗਤ ਤੇ ਨਹੀਂ ਆਇਆ, ਉਹ ਆਪਣਾ ਹੌਲੀ ਹੌਲੀ ਸਪੀਡ ਨਾਲ ਚੱਲ ਰਿਹਾ, ਵੱਧ ਹੋ ਵੀ ਰਿਹਾ। ਲੇਕਿਨ ਕਿਉਂਕਿ ਸਾਡੇ ਜੀਵਨ 'ਚ ਇੱਕ ਐਸੇ ਯੁੱਗ ਪੁਰਸ਼ ਦਾ ਆਗਮਨ ਹੋਇਆ, ਸਵਾਦੇ, ਸੱਜਣ ਸੰਗਤ, ਇਹਨਾਂ ਸਾਨੂੰ ਉਹਨਾਂ ਨੇ ਗਿਆਨ ਦਿੱਤਾ, ਤਿਆਰ ਕੀਤਾ, ਤੇ ਅਸੀਂ ਰਾਕਟ ਦੀ ਸਪੀਡ ਨਾਲ ਅੱਗੇ ਵਧ ਸਕਦੇ ਹਾਂ ਅਗਰ ਅਸੀਂ ਅਵੇਅਰਨੈਸ ਵਿੱਚ ਰਹੀਏ। ਤੇ ਅਸੀਂ ਹਰ ਦਿਨ, ਹਰ ਪਲ ਦਾ ਫਾਇਦਾ ਉਠਾਈਏ। ਹਰ ਦਿਨ ਇਹ ਸੋਚੀਏ ਕਿ ਅੱਜ ਮੇਰੇ ਤੋਂ ਅੱਛਾ ਕੰਮ ਕੀ ਹੋਇਆ, ਤਾਂ ਕਿ ਸਾਨੂੰ ਅੱਖਾਂ ਬੰਦ ਕਰਨ ਲੱਗਿਆ ਰਾਤੀ ਖੁਸ਼ੀ ਹੋਵੇ ਕਿ ਅੱਜ ਮੈਂ ਬਹੁਤ ਅੱਛਾ ਜੀਵਨ ਜੀਆ ਅੱਜ ਦਾ ਦਿਨ। ਸਾਨੂੰ ਅਫਸੋਸ ਨਾ ਲੱਗੇ ਕਿ ਇਹ ਗਲਤੀ ਹੋ ਗਈ, ਅਗਰ ਹੋ ਵੀ ਗਈ ਤੇ ਅਗਲੇ ਦਿਨ ਅਸੀਂ ਉਹਨੂੰ ਸੁਧਾਰ ਲਈਏ ਤੇ ਅਸੀਂ ਆਪਣੇ ਆਪ ਹੀ ਉਹ ਜੋ ਉਦੇਸ਼ ਨਾਲ ਆਤਮਾ ਧਰਤੀ ਤੇ ਆਈ ਹੈ ਉਹ ਜ਼ਰੂਰ ਪੂਰਨ ਹੋ ਜਾਏਗਾ। ਕਿਉਂਕਿ ਉਸ ਰਸਤੇ ਤੇ ਇੱਕ ਇੱਕ ਕਦਮ ਅਸੀਂ ਅੱਗੇ ਵਧਦੇ ਹੀ ਜਾਵਾਂਗੇ ਤੇ ਮੰਜ਼ਿਲ ਆਪਣੇ ਆਪ ਆ ਜਾਏਗੀ। ਇੱਕ ਗਾਣਾ ਹਿੰਦੀ ਦਾ, ਮੁਸਾਫਿਰ ਹੂੰ यारो, ना घर है ना ठिकाना, मुझे चलते जाना है, बस चलते जाना। ਇਹ ਸਾਡਾ ਘਰ ਨਹੀਂ, ਅਸੀਂ ਇੱਥੇ ਮੁਸਾਫਿਰ ਹਾਂ। ਔਰ ਮੁਸਾਫਿਰ ਦਾ ਕੰਮ ਹੈ ਕਿ ਉਹ ਟ੍ਰੇਨ 'ਚ ਬੈਠਾ ਤੇ ਹੁਣ ਉਹ ਇਹ ਨਹੀਂ ਕਹਿ ਸਕਦਾ ਕਿ ਵੀ ਇਹ ਸੀਟ ਤੇ ਮੈਂ ਬੈਠਾ ਤੇ ਹੁਣ ਇੱਥੇ ਅੱਜ ਤੋਂ ਬਾਅਦ ਕੋਈ ਬੈਠ ਨਹੀਂ ਸਕਦਾ। ਕਿਉਂਕਿ ਗੁਰੂ ਨਾਨਕ ਸਾਹਿਬ ਨੇ ਬਾਣੀ ਵਿੱਚ ਵੀ ਕਿਹਾ ਕਿ ਜਿਸ ਜਗ੍ਹਾ ਤੇ, ਧਰਤੀ ਦੀ ਜਿਸ ਜਗ੍ਹਾ ਤੇ ਵੀ ਤੂੰ ਬੈਠਾ ਨਾ, ਇੱਥੇ ਕਰੋੜੋਂ ਬੈਠ ਕੇ ਚਲੇ ਗਏ, ਕਰੋੜੋਂ, ਇੱਕ ਦੋ ਨਹੀਂ। ਅਸੀਂ ਕਹਿੰਦੇ ਨੈਗੇਟਿਵਿਟੀ ਇੱਥੋਂ ਆ ਜਾਏਗੀ, ਉੱਥੋਂ ਆ ਜਾਏਗੀ, ਇੰਨੀ ਲਿਮਿਟਿਡ ਸਾਡੀ ਸੋਚ ਹੈ। ਅਸੀਂ ਉੱਥੇ ਗਏ, ਸਾਨੂੰ ਨੈਗੇਟਿਵਿਟੀ ਆ ਗਈ, ਉਸ ਜਗ੍ਹਾ ਤੇ ਬੈਠੇ ਨੈਗੇਟਿਵਿਟੀ ਆ ਗਈ। ਗੁਰੂ ਨਾਨਕ ਸਾਹਿਬ ਤੇ ਕਰੇ ਸਾਰੀ ਧਰਤੀ ਸ਼ਮਸ਼ਾਨ ਹੈ, ਤੂੰ ਜਿੱਥੇ ਵੀ ਬੈਠ ਜਾ ਸ਼ਮਸ਼ਾਨ ਹੈ। ਕਿੰਨੀਆਂ ਲਾਸ਼ਾਂ ਜਿੱਥੇ ਤੂੰ ਬੈਠਾ ਉੱਥੇ ਦੱਬੀਆਂ ਹੋਈਆਂ ਨੇ। ਤੇ ਅਸੀਂ ਉਹ ਛੋਟੀ ਸੋਚ ਤੋਂ ਬਾਹਰ ਆਈਏ, ਪਰਮਾਤਮਾ ਦੀ ਸੋਚ ਰੱਖੀਏ ਤੇ ਫਿਰ ਕਿਸੇ ਚੀਜ਼ ਦਾ ਵੀ ਕੋਈ ਸਾਡੇ ਤੇ ਪ੍ਰਭਾਵ ਨਹੀਂ ਪਏਗਾ। ਥੈਂਕ ਯੂ, ਥੈਂਕ ਯੂ, ਥੈਂਕ ਯੂ।